ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 119 ਤੇ ਉੱਤੋਂ 4 ਪੰਕਤੀਆਂ ਛੱਡ ਕੇ ਹੈ। ਮਾਝ ਮਹਿਲਾ ਤੀਜਾ। ਭਾਵੇਂ ਆਪਾਂ ਇਹਦੀ ਇੱਕ ਪੰਕਤੀ ਦੇ ਅਰਥ ਕਰ ਲਏ ਸਨ, ਪਰ ਦੁਬਾਰਾ ਕਰ ਦਿੰਦੇ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਅੰਮ੍ਰਿਤ ਵਰਸੈ ਸਹਿਜ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ। ਅੰਮ੍ਰਿਤ ਪੀ ਸਦਾ ਤ੍ਰਿਪਤਸੇ, ਕਰ ਕਿਰਪਾ ਤ੍ਰਿਸ਼ਨਾ ਬੁਝਾਵਨੇ। ਸਹਿਜ ਸੁਭਾਅ ਹੀ ਸਾਡੇ ਅੰਦਰ ਨਾਮ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ, ਪਰ ਹਰ ਇੱਕ ਨੂੰ ਇਹਦਾ ਪਤਾ ਨਹੀਂ ਹੈ। ਜਿਹੜਾ ਕੋਈ ਗੁਰਮੁਖ ਹੋ ਜਾਂਦਾ, ਗੁਰੂ ਦੇ ਅੱਖ ਲੱਗਣ ਲੱਗ ਜਾਂਦਾ, ਉਹਨੂੰ ਵਿਰਲੇ ਟਾਵੇਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਅੰਦਰ ਤੇ ਸਹਿਜ ਸੁਭਾਈ ਨਾਮ ਦੀ ਵਰਖਾ ਹੋ ਰਹੀ ਹੈ। ਅੰਮ੍ਰਿਤ ਪੀ ਸਦਾ ਤ੍ਰਿਪਤਸੇ, ਇਸ ਨਾਮ ਅੰਮ੍ਰਿਤ ਨੂੰ ਪੀ ਕੇ ਸਦਾ ਹੀ ਰੱਜੇ ਰਹਿੰਦੇ ਹਨ, ਤ੍ਰਿਪਤ ਹੋ ਜਾਂਦੇ ਹਨ। ਕਰ ਕਿਰਪਾ ਤ੍ਰਿਸ਼ਨਾ ਬੁਝਾਵਨੇ, ਅਤੇ ਪਰਮਾਤਮਾ ਕਿਰਪਾ ਕਰਕੇ ਇਸ ਨਾਮ ਦੇ ਰਾਹੀਂ ਉਹਨਾਂ ਦੀ ਤ੍ਰਿਸ਼ਨਾਵਾਂ ਖਤਮ ਕਰ ਦਿੰਦਾ। ਕਿ ਜਦੋਂ ਬੰਦਾ ਇਸ ਨਾਮ ਰਸ ਨੂੰ ਪੀਂਦਾ, ਉਹਦੀ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ। ਹੋਂ ਵਾਰੀ ਜੀਓ ਵਾਰੀ, ਗੁਰਮੁਖ ਅੰਮ੍ਰਿਤ ਪਿਆਵਣਿਓ। ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣਿਆ ਰਹਾਓ। ਹੋਂ ਵਾਰੀ ਜੀਓ ਵਾਰੀ, ਗੁਰਮੁਖ ਅੰਮ੍ਰਿਤ ਪਿਆਵਣਿਓ। ਜਿਹੜੇ ਗੁਰੂ ਦੇ ਰਾਹੀਂ ਇਸ ਨਾਮ ਅੰਮ੍ਰਿਤ ਨੂੰ ਪੀਂਦੇ ਨੇ, ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਸ ਤੋਂ ਵਾਰੇ ਜਾਂਦਾ ਹਾਂ, ਮੈਂ ਉਸ ਤੋਂ ਸਦਕੇ ਜਾਂਦਾ ਹਾਂ। ਫਿਰ ਜਿਹੜੇ ਇਸ ਨਾਮ ਅੰਮ੍ਰਿਤ ਨੂੰ ਪੀਂਦੇ ਨੇ, ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ। ਰਸਨਾ ਭਾਵ ਜੀਵ। ਇਹ ਜੀਵ ਨਾਮ ਰਸ ਨੂੰ ਚੱਖ ਕੇ ਸਦਾ ਰਹਿ ਰੰਗ ਰਾਤੀ। ਰੰਗ ਪਿਆਰ ਨੂੰ ਕਹਿੰਦੇ ਨੇ। ਸਦਾ ਹੀ ਪਰਮਾਤਮਾ ਦੇ ਪਿਆਰ 'ਚ ਮਸਤ ਰਹਿੰਦੀ ਹੈ। ਸਹਿਜੇ ਹਰ ਗੁਣ ਗਾਵਨੇ, ਅਤੇ ਰਸਨਾ ਸਹਿ ਸੁਭਾਈ ਹਰੀ ਦੇ ਗੁਣ ਗਾਉਂਦੀ ਰਹਿੰਦੀ ਹੈ। ਕਿਉਂ? ਉਹਨੂੰ ਰਸ 'ਚ ਆ ਰਿਹਾ। 'ਚ ਜਿਸ ਚੀਜ਼ 'ਚ ਆਪਾਂ ਨੂੰ ਰਸ ਆ ਰਿਹਾ ਹੋਵੇ, ਆਪਾਂ ਉਸ ਕੰਮ ਨੂੰ ਵਾਰੀ ਵਾਰੀ ਕਰਦੇ ਹਾਂ। ਭਾਵੇਂ ਭੁੱਖ ਨਾ ਵੀ ਹੋਵੇ। ਮੈਂ ਦੇਖਿਆ ਜਿਹੜੀ ਚੀਜ਼ ਰਸਦਾਇਕ ਲੱਗਦੀ ਹੈ, ਬੰਦਾ ਉਹਨੂੰ ਖਾਈ ਜਾਂਦਾ ਹੈ, ਉਹਦਾ ਮਨ ਨਹੀਂ ਭਰਦਾ, ਢਿੱਡ 'ਤੇ ਭਰ ਜਾਂਦਾ ਹੈ। ਇਸ ਤਰ੍ਹਾਂ ਰਸਨਾ, ਜਦੋਂ ਨਾਮ ਰਸ ਆਉਂਦਾ ਹੈ, ਉਹ ਸਹਿਜ ਸੁਭਾ ਨਾਮ ਜਪਦੀ ਰਹਿੰਦੀ ਹੈ। ਰਹਾਉ ਗੁਰ ਪ੍ਰਸਾਦੀ ਸਹਿਜ ਕੋ ਪਾਏ, ਦੁਬਿਧਾ ਮਾਰੇ ਇੱਕ ਸਿਉ ਲਿਵ ਲਾਏ। ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸਮਾਵਣਿਆ। ਕਹਿੰਦੇ ਗੁਰ ਪ੍ਰਸਾਦੀ ਸਹਿਜ ਕੋ ਪਾਏ। ਸਹਿਜ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਹੈ, ਜਿੱਥੇ ਕਿ ਜਾ ਕੇ ਮਨ ਅਡੋਲ ਹੋ ਜਾਂਦਾ ਹੈ। ਖੁਸ਼ੀ ਆਓ, ਗਮੀ ਆਓ, ਦੁੱਖ ਆਓ, ਸੁੱਖ ਆਓ, ਅਮੀਰੀ ਆਓ, ਗਰੀਬੀ ਆਓ, ਇਹ ਮਨ ਅਡੋਲ ਰਹਿੰਦਾ ਹੈ। ਇਹ ਬ੍ਰਹਮ ਗਿਆਨ ਦੀ ਅਵਸਥਾ ਹੁੰਦੀ ਹੈ। ਕਹਿੰਦੇ ਕਿਸੇ ਗੁਰੂ ਦੀ ਕਿਰਪਾ ਨਾਲ ਕੋ ਕਿਸੇ ਵਿਰਲੇ ਟਾਵੇਂ ਦੇ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। ਉਹ ਫਿਰ ਬੰਦਾ ਕੀ ਕਰਦਾ? ਦੁਬਿਧਾ ਮਾਰੇ ਇੱਕ ਸਿਉ ਲਿਵ ਲਾਏ। ਜੋ ਅੰਦਰ ਦੁਚਿਤਾਪਨ ਹੈ, ਦੁਬਿਧਾ ਅੰਦਰ ਦੁਚਿਤਾਪਨ, ਵੀ ਆਹ ਕਰਾਂ ਕਿ ਆਹ ਕਰਾਂ, ਆਹ ਠੀਕ ਹੈ ਕਿ ਆਹ ਠੀਕ ਹੈ, ਇਹ ਦੁਬਿਧਾ ਹੁੰਦੀ। ਜਿਵੇਂ ਤੁਸੀਂ ਸਹਿਜ ਸੁਭਾਅ ਤੁਰੇ ਜਾ ਰਹੇ ਹੋ, ਅੱਗੋਂ ਸੜਕ ਦੇ ਵਿੱਚੋਂ 2 ਸੜਕਾਂ ਫਟ ਗਈਆਂ। ਹੁਣ ਬੰਦੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਜੇ ਜਿੱਥੇ ਮੈਂ ਜਾਣਾ ਹੈ, ਇਹ ਖੱਬੇ ਪਾਸੇ ਵਾਲੀ ਸੜਕ ਉੱਥੇ ਜਾਏਗੀ ਕਿ ਸੱਜੇ ਪਾਸੇ, ਉਹ ਦੁਬਿਧਾ 'ਚ ਹੋ ਜਾਏਗਾ। ਉਹਨਾਂ ਚਿਰ ਦੁਬਿਧਾ ਰਹੇਗੀ ਜਿੰਨਾ ਚਿਰ ਉਹਨੂੰ ਕੋਈ ਆ ਕੇ ਨਹੀਂ ਦੱਸਦਾ ਕਿ ਭਾਈ ਆਹ ਅਸਲ ਰਾਹ ਹੈ। ਉਹਦਾ ਦੁਚਿਤਾਪਨ ਫਿਰ ਖਤਮ ਹੋ ਜਾਂਦਾ ਬੰਦੇ ਦਾ। ਫਿਰ ਇਸ ਤਰ੍ਹਾਂ ਜਿਹੜਾ ਸਹਿਜ ਅਵਸਥਾ 'ਚ ਆ ਜਾਂਦਾ ਹੈ, ਉਹ ਆਪਣੇ ਦੁਬਿਧਾ ਨੂੰ ਖਤਮ ਕਰ ਲੈਂਦਾ ਹੈ। ਇੱਕ ਸਿਉ ਲਿਵ ਲਾਏ। ਦੁਬਿਧਾ ਕੀ ਹੈ ਕਿ ਰੱਬ ਵਾਲਾ ਪਾਸਾ ਵਧੀਆ ਕਿ ਮਾਇਆ ਵਾਲਾ ਪਾਸਾ ਵਧੀਆ ਹੈ।
ਕਈ ਵਾਰੀ ਸਾਰੀ ਉਮਰ ਫੈਸਲੇ ਹੀ ਨਹੀਂ ਹੁੰਦਾ ਕਿ ਦੋਨਾਂ 'ਚ ਕਦੇ ਉਹ ਮਾਇਆ ਵਾਲੇ ਪਾਸੇ ਜਾਂਦਾ ਹੈ, ਕਦੇ ਰੱਬ ਵਾਲੇ ਪਾਸੇ ਜਾਂਦਾ ਹੈ, ਕਦੇ ਮਾਇਆ ਵਾਲੇ ਪਾਸੇ ਜਾਂਦਾ ਹੈ, ਕਦੇ ਰੱਬ ਵਾਲੇ ਪਾਸੇ ਜਾਂਦਾ ਹੈ। ਪਾਸਾ ਕੋਈ ਵੀ ਨਹੀਂ ਛੱਡਣਾ, ਨਾ ਮਾਇਆ ਵਾਲਾ ਪਾਸਾ ਛੱਡਣਾ, ਨਾ ਰੱਬ ਵਾਲਾ ਛੱਡਣਾ ਹੈ। ਪਾਸੇ ਤਾਂ ਦੋਨੇ ਚਾਹੀਦੇ ਨੇ। ਮਾਇਆ ਤੋਂ ਬਿਨਾਂ ਜੀਵਨ ਨਹੀਂ ਬਤੀਤ ਹੋ ਸਕਦਾ, ਅਤੇ ਨਾ ਹੀ ਗੁਰਬਾਣੀ 'ਚ ਇਹ ਕਿਹਾ ਵੀ ਤੁਸੀਂ ਮਾਇਆ ਨਾ ਕਮਾਓ। ਸਗੋਂ ਗੁਰੂ ਨਾਨਕ ਦੇਵ ਦਾ ਹਰ ਸਿੱਖ ਨੂੰ ਹੁਕਮ ਹੈ ਕਿ ਤੂੰ ਦਸਾਂ ਨੌਂ ਦੀ ਕਿਰਤ ਕਰ, ਤੂੰ ਮਾਇਆ ਕਮਾ, ਸਿਰਫ ਇੰਨੇ ਕਿ ਸਹੀ ਤਰੀਕੇ ਨਾਲ ਕਮਾ। ਬਸ ਮਨੁੱਖ ਨੂੰ ਵਕਤ ਕਦੋਂ ਖੜ੍ਹਾ ਹੁੰਦਾ ਹੈ? ਜਦੋਂ ਗਲਤ ਤਰੀਕੇ ਨਾਲ ਮਾਇਆ ਕਮਾਉਂਦਾ ਹੈ। ਸਹੀ ਤਰੀਕੇ ਨਾਲ ਗੁਰੂ ਮਹਾਰਾਜ ਕਿ ਤੁਸੀਂ ਮਾਇਆ ਕਮਾਓ ਅਤੇ ਨਾਲ ਨਾਲ ਨਾਮ ਜਪੀ ਜਾਓ। ਬਸ ਦੁਬਿਧਾ 'ਚ ਪੈਣ ਦੀ ਲੋੜ ਹੀ ਨਹੀਂ, ਕਿਹੜਾ ਪਾਸਾ ਠੀਕ ਹੈ। ਪਾਸੇ ਦੋਨੇ ਠੀਕ ਨੇ, ਪਰ ਇੱਕੋ ਪਾਸੇ ਨਹੀਂ ਝੁਕ ਜਾਣਾ। ਜੇ ਤੁਸੀਂ ਮੇਰਾ ਨਾਮ ਹੀ ਜਪੀ ਜਾ ਰਹੇ ਹੋ ਤਾਂ ਤੁਹਾਡੇ ਖਾਣ ਰੋਟੀ ਕੋਈ ਨਹੀਂ, ਤਾਂ ਨਹੀਂ ਗੱਲ ਬਣੇਗੀ। ਮਾਇਆ ਹੋਣਾ ਵੀ ਜ਼ਰੂਰੀ ਹੈ। ਹਰ ਇਨਸਾਨ ਕੋਲ ਮਾਇਆ ਹੋਣੀ ਵੀ ਜ਼ਰੂਰੀ ਹੈ ਅਤੇ ਨਾਮ ਵੀ ਜ਼ਰੂਰੀ ਹੈ। ਇਹ ਦੋਨੇ ਚੀਜ਼ਾਂ ਜ਼ਰੂਰੀ ਨੇ। ਸੋ ਜਿਹੜਾ ਦੁਬਿਧਾ ਆਪਣੇ ਅੰਦਰੋਂ ਮਾਰ ਲੈਂਦਾ, ਇੱਕ ਸਿਉਂ 'ਚ ਲਿਵ ਲਾਏ, ਉਹ ਇੱਕ ਪਰਮਾਤਮਾ ਨਾਲ ਫਿਰ ਲਿਵ ਲਾ ਲੈਂਦਾ। ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰ ਹੁੰਦੀ ਕਿਰਪਾ ਦ੍ਰਿਸ਼ਟੀ। ਪਰਮਾਤਮਾ ਜਦੋਂ ਜੀਵ 'ਤੇ ਕਿਰਪਾ ਦ੍ਰਿਸ਼ਟੀ ਕਰਦਾ ਤਾਂ ਇਹ ਜੀਵ ਹਰੀ ਦੇ ਗੁਣ ਗਾਉਂਦਾ। ਨਦਰੀ ਸੱਚ ਸਮਮਨੇ, ਅਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਇਹ ਜੀਵ ਸੱਚ ਵਿੱਚ ਪਾ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਉਹਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਨਹੀਂ ਗੱਲ ਬਣਦੀ। ਨਿਰੇ ਆਪਣੇ ਯਤਨਾਂ ਨਾਲ ਗੱਲ ਨਹੀਂ ਬਣੇਗੀ। ਆਪਣੇ ਯਤਨਾਂ ਨਾਲ ਨਿਰੇ ਨਹੀਂ ਗੱਲ ਬਣਦੀ, ਕਿਉਂਕਿ ਆਪਣੇ ਯਤਨ ਮਨੁੱਖ 'ਚ ਹਉਮੈ ਪੈਦਾ ਕਰਦੇ ਨੇ। ਪਰਮਾਤਮਾ ਦੀ, ਗੁਰੂ ਦੀ ਕਿਰਪਾ ਜ਼ਰੂਰੀ ਹੋਣੀ ਚਾਹੀਦੀ ਹੈ। ਜੇ ਗੁਰੂ ਦੀ ਕਿਰਪਾ ਹੋ ਜਾਏ ਫਿਰ ਕਾਮਯਾਬੀ ਛੇਤੀ ਮਿਲਦੀ ਹੈ ਅਤੇ ਆਸਾਨੀ ਨਾਲ ਮਿਲਦੀ ਹੈ। ਇਸ ਲਈ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ। ਪਰਮਾਤਮਾ ਦੀ ਕਿਰਪਾ ਹੋਵੇ ਤਾਂ ਹਰੀ ਨਾਲ ਮਿਲ ਸਕਦਾ ਹੈ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਤੋਈ ਤੇ ਬਾਹਰ ਕਿਛੂ ਨਾ ਹੋਵੇ, ਗੁਰਮੁਖ ਸੋਝੀ ਪਾਵਣੇ। ਹੇ ਪਰਮਾਤਮਾ, ਤੇਰੀ ਕਿਰਪਾ ਦ੍ਰਿਸ਼ਟੀ ਸਾਰਿਆਂ 'ਤੇ ਹੈ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਨਦਰ ਕਿਰਪਾ ਦ੍ਰਿਸ਼ਟੀ। ਹੇ ਪਰਮਾਤਮਾ, ਤੇਰੀ ਕਿਰਪਾ ਦ੍ਰਿਸ਼ਟੀ ਸਾਰਿਆਂ ਦੇ ਉੱਪਰ ਹੈ। ਸਿਰਫ ਇੰਨੀ ਕਿਸੇ ਥੋੜ੍ਹੀ ਕਿਸੇ ਹੈ ਕਨੇਰੀ, ਕਨੇਰੀ ਮੈਨੇ ਬਹੁਤ, ਕਿਸੇ 'ਤੇ ਥੋੜ੍ਹੀ ਕਿਰਪਾ ਦ੍ਰਿਸ਼ਟੀ ਹੈ, ਕਿਸੇ 'ਤੇ ਜ਼ਿਆਦਾ ਹੈ। ਜਿਹੋ ਜਿਹੀ ਸਾਡੀ ਕਮਾਈ ਹੁੰਦੀ ਹੈ, ਜਿਹੋ ਜਿਹੇ ਸਾਡੇ ਕਰਮ ਹੁੰਦੇ ਨੇ, ਉਹਦੇ ਅਨੁਸਾਰ ਪਰਮਾਤਮਾ ਦੀ ਕਿਰਪਾ ਵੱਧ ਘੱਟ ਹੁੰਦੀ ਹੈ। ਤੋਈ ਤੇ ਬਾਹਰ ਕਿਛ ਨਾ ਹੋਵੇ, ਗੁਰਮੁਖ ਸੋਝੀ ਪਾਵਨ। ਗੁਰੂ ਰਾਹੀਂ ਇਹ ਸੋਝੀ ਪ੍ਰਾਪਤ ਹੁੰਦੀ ਹੈ ਮਨੁੱਖ ਨੂੰ ਕਿ ਹੇ ਪਰਮਾਤਮਾ, ਤੇਰੇ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜੋ ਵੀ ਹੋ ਰਿਹਾ ਹੈ ਉਹ ਤੇਰੇ ਹੁਕਮ 'ਚ ਹੋ ਰਿਹਾ। ਤਾਂ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜੋ ਕੁਛ ਵੀ ਹੋ ਰਿਹਾ ਹੈ ਉਹ ਪਰਮਾਤਮਾ ਦੇ ਹੁਕਮ 'ਚ ਹੋ ਰਿਹਾ, ਉਸ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਇਹ ਗੁਰਮੁਖ ਨੂੰ ਕਹਿੰਦੇ ਇਹ ਸੋਝੀ ਆ ਜਾਂਦੀ ਹੈ। ਗੁਰਮੁਖ ਤਤ ਹੈ ਵਿਚਾਰ, ਅੰਮ੍ਰਿਤ ਭਰੇ ਤੇਰੇ ਭੰਡਾਰ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰ ਕਿਰਪਾ ਤੇ ਪਾਵਣੇ। ਗੁਰਮੁਖ ਤਤ ਹੈ ਵਿਚਾਰ। ਗੁਰਮੁਖ ਦੇ ਜਿਹੜੇ ਵਿਚਾਰ ਹੁੰਦੇ ਨੇ ਉਹ ਤਤ ਸਾਰ ਹੁੰਦੇ, ਉਹਦੇ ਰੱਬੀ ਵਿਚਾਰ ਹੁੰਦੇ ਨੇ। ਉਹਨੂੰ ਇਹ ਗਿਆਨ ਹੁੰਦਾ ਹੈ। ਅੰਮ੍ਰਿਤ ਭਰੇ ਤੇਰੇ ਭੰਡਾਰਾ, ਕਿ ਹੇ ਪਰਮਾਤਮਾ, ਤੇਰੇ ਭੰਡਾਰੇ 'ਤੇ ਨਾਮ ਅੰਮ੍ਰਿਤ ਨਾਲ ਭਰੇ ਪਏ ਹਨ। ਨਾਮ ਅੰਮ੍ਰਿਤ ਨਾਲ ਤੇਰੇ ਭੰਡਾਰੇ ਭਰੇ ਹੋਏ ਨੇ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ। ਗੁਰੂ ਦੀ ਸੇਵਾ ਕੀਤੇ ਬਿਨਾਂ ਕਿਸੇ ਨੂੰ ਇਹ ਭੰਡਾਰੇ ਪ੍ਰਾਪਤ ਨਹੀਂ ਹੁੰਦੇ, ਨਾਮ ਦੇ ਭੰਡਾਰੇ ਪ੍ਰਾਪਤ ਨਹੀਂ ਹੁੰਦੇ। ਗੁਰ ਕਿਰਪਾ ਤੇ ਪਾਵਨ। ਇਹ ਨਾਮ ਦਾ ਭੰਡਾਰਾ ਜਿਹੜਾ ਹੈ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ। ਆਪਾਂ ਗੁਰੂ ਦੀ ਸੇਵਾ ਕਰਾਂਗੇ, ਗੁਰੂ ਮਹਾਰਾਜ ਦੇ ਆਖੇ ਲੱਗਾਂਗੇ, ਫਿਰ ਗੁਰੂ ਦੀ ਕਿਰਪਾ ਹੋਏਗੀ, ਫਿਰ ਇਹ ਨਾਮ ਦਾ ਭੰਡਾਰਾ ਪਰ ਮਿਲੇਗਾ।
सतगुर सेवै सो जन सोहै, अमृत नाम अंतर मन मोहै, अमृत मन तन बाणी रता, अमृत सहज सुनावणे। सतगुर सेवै सो जन सोहै। ਉਹ ਜਨ, ਉਹ ਵਿਅਕਤੀ ਜਿਹੜਾ ਗੁਰੂ ਦੀ ਸੇਵਾ ਕਰਦਾ ਉਹੀ ਸੋਹਣਾ ਲੱਗਦਾ, ਉਹੀ ਸੋਹਣਾ ਲੱਗਦਾ ਜਿਹੜਾ ਗੁਰੂ ਦੀ ਸੇਵਾ ਕਰਦਾ। ਅੰਮ੍ਰਿਤ ਨਾਮ ਅੰਤਰ ਮਨ ਮੋਹ ਹੈ। ਇਸ ਅੰਮ੍ਰਿਤਮਈ ਨਾਮ ਨਾਲ ਉਹ ਜਿਹੜਾ ਮਨ ਹੈ ਅੰਦਰੋਂ ਮੋਹਿਆ ਜਾਂਦਾ ਹੈ। ਪਰਮਾਤਮਾ ਦਾ ਨਾਮ ਉਹਦੇ ਮਨ ਨੂੰ ਮੋਹ ਲੈਂਦਾ ਹੈ, ਇਸ ਲਈ ਫਿਰ ਉਹਦਾ ਮਨ ਨਾਮ ਜਪਦਾ ਰਹਿੰਦਾ। ਅੰਮ੍ਰਿਤ ਮਨ ਤਨ ਬਾਣੀ ਰਤਾ। ਇਸ ਨਾਮ ਅੰਮ੍ਰਿਤ ਦੇ ਨਾਲ ਉਹਦਾ ਮਨ, ਉਹਦਾ ਤਨ, ਉਹਦੀ ਬੋਲ ਚਾਲ ਇਹ ਰੰਗੀ ਜਾਂਦੀ ਹੈ, ਨਾਮ ਨਾਲ ਰੰਗੀ ਜਾਂਦੀ ਹੈ ਰਤਾ। ਅੰਮ੍ਰਿਤ ਸਹਿਜ ਸੁਨਾਵਣਿਆ। ਅਤੇ ਉਹ ਸਹਿਜ ਸੁਭਾਅ ਹੀ ਇਹ ਨਾਮ ਅੰਮ੍ਰਿਤ ਸੁਣਦਾ ਰਹਿੰਦਾ ਹੈ। ਇਹ ਨਾਮ ਅੰਦਰੋਂ ਸੁਣਨਾ ਸ਼ੁਰੂ ਹੋ ਜਾਂਦਾ ਹੈ। ਹੁਣ ਤਾਂ ਸਾਨੂੰ ਸੁਣਦਾ ਨਹੀਂ ਕਿ ਸਾਡੀ ਅਵਸਥਾ ਨਹੀਂ ਵਜੇ ਆਈ ਹੈ। ਜੇ ਅਸੀਂ ਨਾਮ ਜਪੀ ਗਏ ਜਪੀ ਗਏ ਜਪੀ ਗਏ ਤਾਂ ਹੋ ਸਕਦਾ ਮਰਨ ਤੋਂ ਪਹਿਲਾਂ ਉਹ ਅਵਸਥਾ ਆ ਜਾਏ ਕਿ ਸਾਨੂੰ ਅੰਦਰੋਂ ਹੀ ਨਾਮ, ਅੰਦਰੋਂ ਹੀ ਕੀਰਤਨ, ਅੰਦਰੋਂ ਹੀ ਬਾਣੀ ਸੁਣਨੀ ਸ਼ੁਰੂ ਹੋ ਜਾਵੇ। ਕਿਉਂਕਿ ਉੱਥੇ ਤਾਂ ਚੱਲ ਹੀ ਰਹੀ ਹੈ, ਸਿਰਫ ਸਾਡਾ ਮਨ ਚੁੱਪ ਨਹੀਂ ਕਰ ਰਿਹਾ। ਜਿੰਨਾ ਚਿਰ ਮਨ ਨਹੀਂ ਚੁੱਪ ਕਰਦਾ ਉਹਨਾਂ ਕੋਈ ਚਿਰ ਕੋਈ ਗੱਲ ਨਹੀਂ ਬਣਦੀ। ਜਿਵੇਂ ਇੱਕ ਬੰਦਾ ਕਿਸੇ ਸਾਧੂ ਕੋਲ ਗਿਆ, ਸਾਧੂ ਜਿਹੜਾ ਹੈ ਉਹਨੂੰ ਪੁੱਛਦਾ ਜੀ, ਸਾਧੂ ਨੂੰ ਪੁੱਛਦਾ ਬੰਦਾ ਵੀ ਪਰਮਾਤਮਾ ਕਿਵੇਂ ਮਿਲਦਾ ਜੀ? ਉਹ ਅੱਗੋਂ ਚੁੱਪ, ਕੋਈ ਬੋਲਦੇ ਨਹੀਂ। ਕਹਿੰਦੇ ਜੀ ਤੁਹਾਨੂੰ ਮੇਰੀ ਗੱਲ ਦਾ ਉੱਤਰ ਨਹੀਂ ਆਉਂਦਾ ਕਿ ਤੁਸੀਂ ਉੱਤਰ ਦੇਣਾ ਨਹੀਂ ਚਾਹੁੰਦੇ। ਮੈਂ ਤੁਹਾਨੂੰ ਪੁੱਛਦਾ ਵੀ ਪਰਮਾਤਮਾ ਕਿਵੇਂ ਮਿਲੇਗਾ ਅਤੇ ਤੁਸੀਂ ਅੱਗੋਂ ਚੁੱਪ ਕਰ ਰਹੇ ਹੋ। ਜਾਂ ਤਾਂ ਤੁਹਾਨੂੰ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਆਉਂਦਾ ਅਤੇ ਜਾਂ ਫਿਰ ਮੈਨੂੰ ਤੁਸੀਂ ਦੱਸਣਾ ਨਹੀਂ ਚਾਹੁੰਦੇ। ਉਹ ਕਹਿੰਦੇ ਤੂੰ ਚੁੱਪ ਕਰ ਜਾ, ਬਸ ਇਹੀ ਤੇਰਾ ਉੱਤਰ ਹੈ। ਇੱਕ ਮੂੰਹ ਨਾਲ ਚੁੱਪ ਕਰਨਾ ਹੁੰਦਾ ਹੈ, ਇੱਕ ਮਨ ਨਾਲ। ਕਹਿੰਦਾ ਮਨ ਕਰਕੇ ਚੁੱਪ ਹੋ ਜਾ, ਉਹ ਆਪੇ ਤੈਨੂੰ ਮਿਲ ਪਏਗਾ। ਜਿੰਨਾ ਚਿਰ ਤੂੰ ਮਨ ਕਰਕੇ ਚੁੱਪ ਨਹੀਂ ਹੁੰਦਾ, ਇਹ ਜਿੰਨੇ ਮਰਜ਼ੀ ਧਾਰਮਿਕ ਗ੍ਰੰਥ ਪੜ੍ਹੀ ਜਾ, ਤੈਨੂੰ ਰੱਬ ਨਹੀਂ ਮਿਲੇਗਾ। ਕਿਉਂ? ਤੇਰਾ ਮਨ ਬੋਲੀ ਜਾ ਰਿਹਾ ਹੈ। ਇੱਕ ਸਮੇਂ ਇੱਕੋ ਹੀ ਬੋਲ ਸਕਦਾ ਹੈ। ਹੁਣ ਮੇਰੇ ਦੋ ਬੰਦੇ ਬੈਠੇ, ਦੋਨੇ ਬੋਲੀ ਜਾ ਰਹੇ ਨੇ, ਤਾਂ ਫਿਰ ਤੀਸਰੇ ਬੰਦਾ ਕਿਹਦੀ ਗੱਲ ਸੁਣੇਗਾ? ਉਹ ਕਹਿੰਦੇ ਤੂੰ ਚੁੱਪ ਕਰ ਜਾ, ਬਸ ਆਹੀ ਤੇਰੇ ਪ੍ਰਸ਼ਨ ਦਾ ਉੱਤਰ ਹੈ ਵੀ ਕਿਵੇਂ ਰੱਬ ਮਿਲੇਗਾ। ਜਦੋਂ ਸਾਡਾ ਮਨ ਚੁੱਪ ਹੋ ਜਾਏਗਾ ਨਾ, ਬਸ ਉਦੋਂ ਮਿਲ ਪਏਗਾ। ਔਰ ਸਾਰੇ ਯਤਨ ਜਿਹੜੇ ਭਜਨਬੰਦੀ ਦੇ ਕਰਨੇ ਇਹ ਮਨ ਨੂੰ ਚੁੱਪ ਕਰਾਉਣ ਲਈ ਨੇ, ਪਰ ਇਹ ਬੜਾ ਵੈੜਾ ਹੈ, ਚੁੱਪ ਨਹੀਂ ਕਰਦਾ ਇਹ। ਤੁਸੀਂ ਉੱਧਰ ਪਾਠ ਕਰੀ ਜਾ ਰਹੇ, ਆਪਣਾ ਬੋਲੀ ਜਾ ਰਹੇ, ਤੇਰਾ ਇਹ ਬੋਲੀ ਜਾ ਰਹੇ। ਤੁਸੀਂ ਮੂੰਹ ਬੰਦ ਕਰਕੇ ਤੁਰੇ ਜਾ ਰਹੇ ਹੋ, ਮਨ ਬੋਲੀ ਜਾ ਰਿਹਾ। ਸਿਰਫ ਬੱਚੇ ਅਤੇ ਬੰਦੇ 'ਚ ਕੀ ਫਰਕ ਹੁੰਦਾ ਹੈ? ਮਨ ਬੱਚੇ ਦਾ ਵੀ ਬੋਲ ਰਿਹਾ ਹੈ, ਮਨ ਬੰਦੇ ਦਾ ਵੀ ਬੋਲ ਰਿਹਾ ਹੈ। ਬੱਚਾ ਜੋ ਉਹਦਾ ਮਨ ਬੋਲ ਰਿਹਾ ਉੱਚੀ ਉੱਚੀ ਬੋਲ ਰਿਹਾ, ਬਸ ਇੰਨੀ ਫਰਕ। ਸਾਡਾ ਵੀ ਮਨ ਬੋਲੀ ਹੋਈ ਜਦੋਂ ਚੁੱਪ ਨਹੀਂ ਕਰਦਾ ਹੈ। ਅਸੀਂ ਉਂਝ ਮੂੰਹ ਤੋਂ ਮੂੰਹ ਬੰਦ ਕੀਤਾ ਹੈ, ਪਰ ਮਨ ਬੋਲੀ ਹੀ ਜਾ ਰਿਹਾ। ਬੱਚੇ ਦਾ ਮਨ ਜੋ ਕਹਿ ਰਿਹਾ ਸਾਨੂੰ ਸੁਣ ਰਿਹਾ ਹੈ, ਉਹ ਉੱਚੀ ਜਿਹੀ ਬੋਲ ਰਿਹਾ, ਅਸੀਂ ਬਸ ਚੁੱਪ, ਬਸ ਇੰਨੀ ਫਰਕ ਹੈ। ਮਨ ਤਾਂ ਬੋਲੀ ਜਾ ਰਿਹਾ। ਜਦੋਂ ਕਿਸੇ ਦਾ ਮਨ ਚੁੱਪ ਕਰੇਗਾ ਫਿਰ ਜਾ ਕੇ ਉਹਨੂੰ ਪਰਮਾਤਮਾ ਦਾ ਅੰਦਰੋਂ ਨਾਮ ਸੁਣੇਗਾ। ਫਿਰ ਪਰਮਾਤਮਾ ਦੇ ਬੋਲ ਹੀ ਰਿਹਾ, ਅਸੀਂ ਵੀ ਬੋਲੀ ਜਾ ਰਹੇ ਹਾਂ, ਇਸ ਲਈ ਉਹਦੀ ਗੱਲ ਸਾਨੂੰ ਸੁਣ ਨਹੀਂ ਰਹੀ। ਤਾਂ ਉਹ ਕਹਿੰਦਾ ਕਿ ਤੂੰ ਚੁੱਪ ਕਰ ਜਾ, ਬਸ ਇਹੀ ਤੇਰੇ ਪ੍ਰਸ਼ਨ ਦਾ ਉੱਤਰ ਹੈ ਵੀ ਕਿਵੇਂ ਮਿਲੇਗਾ। ਸੋ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਸੇਵੈ ਸੋ ਜਨ ਸੋਹੈ। ਅੱਛਾ ਹੋ ਗਿਆ। ਅੱਗੇ ਮਨਮੁਖ ਭੂਲਾ ਦੂਜੈ ਭਾਏ ਖੁਆਏ, ਨਾਮ ਨ ਲੇਵੈ ਮਰੈ ਬਿਖ ਖਾਏ,
अण दिन सदा विष्टा, सबसे पहले बिंदी ला के बोल रहे, हिंदी का शब्द है विष्टा दी गंदगी। अण दिन सदा विष्टा मह वासा, बिन सेवा जन्म गवा बने। मनमुख भूला, मनमुख है रब नूं भुला बैठा। हर का क्यों? दूजे पाए ये माया नूं प्यार करता है, माया नूं प्यार करता है, इसलिए रब नूं भुल बैठा है। खुआए इसलिए खुआर हुंदा है। माया मगर इस हर वक्त लगा रहिंदा, सारा ध्यान माया वाल है, रब नूं भुल चुका है। ये मनमुख की निशानी है। गुरमुख है अपने दसानों की कितना माया कमांदा है, पर हत्थां नाल कार करदा है, मन नाल परमात्मा नाम जपी जांदा। जे मान लो आपां तुरे जा रहे हैं, कल्ले तुरे जा रहे हैं, ठीक है, शरीर तुर रहा है, मन का काम है वाहिगुरू 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 करी जाना। सैर कर रहे हो, वैसे तुरे जा रहे हो, लेटे हो, बैठे हो, कल्ले हो, कोल कोई नहीं हैगा, तो फिर जिहड़ा है नाम जपते रहना चाहिए है। नहीं तो मन ने तो कुछ बोली ही जाना, फिर उन्हें किहड़ा चुप करना, उन्हें इस पासे ला लेना सी। तां गुरु महाराज कहते मनमुख भूला दूजे भाए खुआए। माया नाल प्यार होने कारण मनमुख परमात्मा नूं भुल चुका है, तो परमात्मा नूं भुलण करके खुआरदा है। नाम ना लेवे मरै बिख खाए, बिख होंदी जहर, हिंदी कहते विष, वो तो पंजाबी नाल बिख, जहर। जिवें आपां जहर खा लीए तो अपना नुकसान हो जाता ना, इस तरह जो नाम नहीं जपदा, ऐ समझो जहर खा रहा है, वो अपना ही नुकसान कर रहा है। अण दिन सदा विष्टा मह वासा, बिन सेवा जन्म गवा बने। दिन रात उहदा वासा गंदगी चलदा, वो घटिया कर्म करता रहिंदा है, घटिया खाण पीण है उसका। बिन सेवा जन्म गवा बने, ते सारा जन्म बिना सेवा कीते गवा लैंदा है। आया सी दो कम करन, सेवा ते सिमरन, ना सेवा करदा ना सिमरन करदा है। इसलिए मनुखा जीवन व्यर्थ चला जाता है। अमृत पीवै जिसनों आप पी आए, गुर प्रसादी सहज लिव लाए। पूर्ण पूर रहा सब आपे, गुरमत नजरी आवणे। नजरी रारण बिहारी बिंदे। अमृत पीवै जिसनों आप पियाए, परमात्मा जिसनों अमृत पिआउंदा है, ये उही अमृत पींदा। भाव नाम उही जपदा जिसदा परमात्मा अपना नाम जपवाउंदा है। गुर प्रसादी सहज लिव लाए, फिर इहो जे बंदे ते गुरु की किरपा हो जाती है, तो सहज सुभाव फिर उसदी लिव लग जाती है, परमात्मा नाल दी लिव लग जाती। पूर्ण पूर रहा सब आपे, परमात्मा आप ही सब थां ते वसदा है। कोई ऐसी थां, कोई ऐसी चीज़ नहीं जिथे परमात्मा नहीं वसदा, तो नहीं वसदा। इसलिए परमात्मा नूं किसी चीज़ दे विचों भी प्रगट किया जा सकता है। परमात्मा नूं किसी चीज़ दे भी विचों प्रगट किया, क्योंकि कण कण में भगवान है। परमात्मा पत्थर दे विच भी है, उसनूं पत्थर दे विचों भी प्रगट किया जा सकता है, क्योंकि कोई थां कोई चीज़ ऐसी है ही नहीं जिस दे विच परमात्मा ना होवे। आ फुल च भी परमात्मा, दरख्त दे विच भी परमात्मा, घाह च भी परमात्मा, हवा च भी परमात्मा, अग च भी परमात्मा। परमात्मा हर एक चीज़ दे विच है। इसलिए जदों मनुख ते किरपा हुंदी है, धन्ने भगत वर्गे किरपा एक पत्थर च प्रगट कर लिया परमात्मा, क्योंकि परमात्मा ने किहड़ा कितों आउणा है, वो तो हर चीज़ दे विच है। बस ये तो प्रगट करने वाले दम होना चाहिए, कितों प्रगट कर लो। सो गुरु महाराज कहते
ਪੂਰਨ ਪੂਰ ਹੈ ਸਭ ਆਪੇ। ਪਰਮਾਤਮਾ ਆਪ ਹੀ ਸਾਰੇ ਥਾਂ 'ਤੇ ਵਸਦਾ ਹੈ। ਗੁਰਮਤਿ ਨਦਰੀ ਆਵਣੇ, ਪਰ ਗੁਰੂ ਦੇ ਮਤ 'ਤੇ ਚੱਲ ਕੇ ਹੀ ਇਹ ਦਿਖਾਈ ਦਿੰਦਾ ਹੈ। ਅੱਖਾਂ ਨਾਲ ਪਰਮਾਤਮਾ ਉਦੋਂ ਦਿਸਦਾ ਜਦੋਂ ਅਸੀਂ ਗੁਰੂ ਦੀ ਮਤ 'ਤੇ ਚੱਲਦੇ ਹਾਂ। ਆ ਗੁਰਬਾਣੀ ਗੁਰੂ ਦੀ ਮਤ ਹੈ। ਜਦੋਂ ਸਾਡੀ ਸੋਚ, ਸਾਡਾ ਜੀਵਨ ਗੁਰਬਾਣੀ ਅਨੁਸਾਰ ਹੋ ਜਾਏਗਾ ਤਾਂ ਫਿਰ ਪਰਮਾਤਮਾ ਦਿਸਣ ਲੱਗ ਜਾਏਗਾ। ਹਰ ਇੱਕ ਥਾਂ 'ਤੇ ਦਿਸੇਗਾ, ਹਰ ਚੀਜ਼ ਦੇ ਵਿੱਚ ਦਿਸੇਗਾ। ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀ ਤਿਨ ਆਪੇ ਗੋਈ। ਨਾਨਕ ਨਾਮ ਸੰਭਾਲ ਸਦਾ ਤੂੰ। ਸੰਭਾਲ ਮੰਮੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ। ਨਾਨਕ ਨਾਮ ਸੰਭਾਲ ਸਦਾ ਤੂੰ, ਸਹਿਜੇ ਸੱਚ ਸਮਾਵਣੇ। ਆਪੇ ਆਪ ਨਿਰੰਜਨ ਸੋਈ। ਨਿਰੰਜਨ ਹੁੰਦਾ ਨਿਰ-ਅੰਜਨ। ਅੰਜਨ ਮਾਇਆ ਵੀ ਹੁੰਦੀ ਹੈ, ਅੰਜਨ ਕਾਲਖ ਵੀ ਹੁੰਦੀ ਹੈ। ਇੱਥੇ ਨਿਰਲੇਪ ਤੋਂ ਭਾਵ ਜਿਸ 'ਤੇ ਕਿਸੇ ਚੀਜ਼ ਦਾ ਅਸਰ ਨਾ ਹੋ। ਪਰਮਾਤਮਾ ਆਪ ਨਿਰੰਜਨ ਹੈ, ਉਹ ਮਾਇਆ ਤੋਂ ਨਿਰਲੇਪ ਹੈ। ਰਹਿੰਦਾ ਸੰਸਾਰ ਵਿੱਚ ਹੀ ਹੈ, ਪਰ ਸੰਸਾਰ ਤੋਂ ਨਿਰਲੇਪ ਹੈ। ਜਿਨ ਸਿਰਜੀ ਤਿਨ ਆਪੇ ਗੋਈ। ਇਹ ਸ੍ਰਿਸ਼ਟੀ ਜਿਸ ਨੇ ਬਣਾਈ ਹੈ, ਗੋਈ ਇਹਦਾ ਨਾਸ਼ ਕਰਨਾ, ਉਹੀ ਇਸ ਨੂੰ ਨਾਸ਼ ਕਰਦਾ ਹੈ। ਅਸੀਂ ਨਾ ਸ੍ਰਿਸ਼ਟੀ ਬਣਾ ਸਕਦੇ ਹਾਂ, ਨਾ ਸਾਰੀ ਨੂੰ ਨਾਸ਼ ਕਰ ਸਕਦੇ ਹਾਂ। ਅਸੀਂ ਤਾਂ ਬੰਬ ਮਾਰ ਮਾਰ ਕੇ 2-4 ਸ਼ਹਿਰਾਂ 10 ਸ਼ਹਿਰਾਂ ਨੂੰ ਤਾਂ ਬਰਬਾਦ ਕਰ ਸਕਦੇ ਹਾਂ, ਸਾਰੀ ਸ੍ਰਿਸ਼ਟੀ ਨੂੰ ਬਰਬਾਦ ਨਹੀਂ ਅਸੀਂ ਕਰ ਸਕਦੇ। ਜਿਹਨੇ ਸ੍ਰਿਸ਼ਟੀ ਸਾਜੀ ਸਿਰਜੀ ਸਾਜੀ ਹੈ, ਤਿਨ ਆਪੇ ਗੋਈ, ਉਸੇ ਉਹੀ ਨਾਸ਼ ਕਰਦਾ ਹੈ। ਨਾਨਕ ਨਾਮ ਸੰਭਾਲ ਸਦਾ ਤੂੰ। ਹੇ ਭਾਈ, ਤੂੰ ਤੇ ਸਦਾ ਹੀ ਪਰਮਾਤਮਾ ਦਾ ਨਾਮ ਯਾਦ ਕਰ। ਸਹਿਜੇ ਸੱਚ ਸਮਾਵਣੇ, ਅਤੇ ਤੂੰ ਫਿਰ ਸਹਿਜੇ ਹੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਏਗਾ। ਸੱਚੇ ਪਰਮਾਤਮਾ, ਚੱਚੇ ਨੂੰ ਸਿਹਾਰੀ ਲਾਈਏ, ਸੱਚ ਵਿੱਚ, ਪਰਮਾਤਮਾ ਵਿੱਚ। ਤੂੰ ਸਹਿਜੇ ਹੀ ਪਰਮਾਤਮਾ ਦੇ ਵਿੱਚ ਸਮਾ ਜਾਏਗਾ। ਬਾਕੀ ਨਾਮ ਜਪੀ ਜਾ। ਮਾਝ ਮਹਿਲਾ ਤੀਜਾ। ਸੇ ਸੱਚ ਲਾਗੇ ਜੋ ਤੁਧ ਭਾਏ, ਸਦਾ ਸੱਚ ਸੇਵੇਂ ਸਹਿਜ ਸੁਭਾਏ। ਸੱਚੈ ਸ਼ਬਦ ਸੱਚਾ ਸਾਲਾਹੀ, ਸੱਚੈ ਮੈਂ ਮੇਲ ਮਿਲਾਵਣਿਆ। ਸੇ ਸੱਚ ਲਾਗੇ ਜੋ ਤੁਧ ਪਾਏ। ਭਾਏ ਬੜੇ ਚੰਗੇ ਲੱਗੇ। ਹੇ ਪਰਮਾਤਮਾ, ਜਿਹੜੇ ਤੈਨੂੰ ਚੰਗੇ ਲੱਗਦੇ ਨੇ ਉਹ ਤੇਰੇ ਨਾਮ ਜਪਣੇ ਲੱਗੇ। ਸੱਚ 'ਚ ਉਹੀ ਲੱਗੇ, ਨਾਮ 'ਚ ਉਹੀ ਲੱਗੇ ਜੋ ਤੈਨੂੰ ਚੰਗੇ ਲੱਗੇ। ਉਹ ਫਿਰ ਕੀ ਕਰਦੇ ਨੇ? ਸਦਾ ਸੱਚ ਸੇਵੇਂ। ਉਹ ਸਦਾ ਹੀ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਨੇ ਸਹਿਜ ਸੁਭਾਏ। ਉਹਨੂੰ ਉਚੇਚ ਨਹੀਂ ਕਰਨੀ ਪੈਂਦੀ, ਉਹ ਸਹਿਜ ਸੁਭਾ ਸਦਾ ਤੇਰਾ ਨਾਮ ਜਪਦੇ ਰਹਿੰਦੇ ਨੇ। ਨਾਮ ਜਪਣਾ ਹੀ ਪਰਮਾਤਮਾ ਦੀ ਸੇਵਾ ਹੈ। ਹੁਕਮ ਮੰਨਣਾ ਗੁਰੂ ਦੀ ਸੇਵਾ ਹੈ। ਨਾਮ ਜਪਣਾ ਪਰਮਾਤਮਾ ਦੀ ਸੇਵਾ ਹੈ। ਸੱਚੇ ਸ਼ਬਦ ਸੱਚਾ ਸਾਲਾਹੀ। ਸੱਚੇ ਸ਼ਬਦ ਉਹ ਪਰਮਾਤਮਾ ਦੇ ਨਾਮ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿੰਦੇ ਨੇ। ਸੱਚੇ ਮੇਲ ਮਿਲਾਵਣੇ, ਅਤੇ ਉਹਨਾਂ ਦਾ ਪਰਮਾਤਮਾ ਦੇ ਵਿੱਚ ਫਿਰ ਮੇਲ ਮਿਲ ਜਾਂਦਾ। ਉਹ ਫਿਰ ਪਰਮਾਤਮਾ ਨਾਲ ਉਹਨਾਂ ਦਾ ਮੇਲ ਹੋ ਜਾਂਦਾ, ਜਿਹੜੇ ਸਦਾ ਹੀ ਪਰਮਾਤਮਾ ਦੇ ਨਾਮ ਨਾਲ ਸਿਫਤ ਸਲਾਹ ਕਰਦੇ ਰਹਿੰਦੇ ਹਨ। ਹੋਂ ਵਾਰੀ ਜੀਓ ਵਾਰੀ ਸੱਚ ਸਲਾਹਣਿਆ। ਸੱਚ ਧਿਆਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣੇ। ਹੋਂ ਵਾਰੀ ਜੀਓ ਵਾਰੀ ਸੱਚ ਸਲਾਹਣਿਆ। ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਸੱਚ ਪਰਮਾਤਮਾ, ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਹੋਂ ਵਾਰੀ ਜੀਓ ਵਾਰੀ। ਜੀਓ ਬਣੇ ਜਿੰਦ। ਮੈਂ ਉਹਨਾਂ ਤੋਂ ਆਪਣੀ ਜਿੰਦ ਕੁਰਬਾਨ ਕਰਦਾ, ਮੈਂ ਉਹਨਾਂ ਤੋਂ ਵਾਰੇ ਜਾਂਦਾ, ਸਦਕੇ ਜਾਂਦਾ। ਸੱਚ ਧਿਆਨ ਸੇ ਸੱਚ ਰਾਤੇ।
ਜਿਹੜੇ ਨਾਮ ਜਪਦੇ ਹਨ ਉਹ ਫਿਰ ਪਰਮਾਤਮਾ ਦੇ ਵਿੱਚ ਰੰਗੇ ਜਾਂਦੇ ਨੇ, ਉਹ ਨਾਮ ਦੇ ਨਾਲ ਰੰਗੇ ਜਾਂਦੇ। ਨਾਮ ਜਪੀ ਜਾਂਦੇ ਨੇ, ਉਹਨਾਂ 'ਤੇ ਨਾਮ ਦਾ ਰੰਗ ਚੜ੍ਹ ਜਾਂਦਾ, ਫਿਰ ਉਹ ਨਾਮ ਨਾਲ ਰੰਗੇ ਜਾਂਦੇ। ਫਿਰ ਜੇ ਨਾਮ ਨਾਲ ਰੰਗੇ ਜਾਂਦੇ ਨੇ, ਸੱਚੇ ਸੱਚ ਸਮਾਵਣੇ, ਫਿਰ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਹਨ, ਉਹਦੇ ਵਿੱਚ ਸਮਾ ਜਾਂਦੇ। ਰਹਾਓ ਜਹ ਦੇਖਾਂ ਸੱਚ ਸਭਨੀ ਥਾਈ, ਗੁਰ ਪ੍ਰਸਾਦੇ ਮਨ ਵਸਾਈ, ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਨਣੇ। ਜਹ ਦੇਖਾਂ, ਹਿੰਦੀ ਦਾ ਪੂਰਾ ਸ਼ਬਦ ਹੈ ਜਹਾਂ, ਉਹ ਤੋਂ ਛੋਟਾ ਬਣਿਆ ਜਹ। ਹਿੰਦੀ ਦਾ ਪੂਰਾ ਸ਼ਬਦ ਹੈ ਤਹਾਂ, ਉਹ ਤੋਂ ਛੋਟਾ ਬਣਿਆ ਤੈਂ। ਹਿੰਦੀ ਦਾ ਪੂਰਾ ਸ਼ਬਦ ਹੈ ਕਹਾਂ, ਉਸ ਤੋਂ ਛੋਟਾ ਬਣਿਆ ਕਹਿ। ਜੈ ਕੈ ਤੈਂ, ਜੈ ਜਿੱਥੇ, ਤਾਂ ਉੱਥੇ, ਕਹਿ ਕਿੱਥੇ। ਜਹ ਦੇਖਾਂ ਸੱਚ ਸਭਨੀ ਤਾਂ, ਮੈਂ ਜਿੱਥੇ ਵੀ ਵੇਖਦਾ ਮੈਨੂੰ ਸਭ ਪਾਸੇ ਪਰਮਾਤਮਾ ਹੀ ਵਿਖਾਈ ਦਿੰਦਾ, ਸਭ ਥਾਵਾਂ 'ਤੇ ਉਹ ਸੱਚ ਵਿਖਾਈ ਦੇ ਰਿਹਾ, ਪਰਮਾਤਮਾ ਵਿਖਾਈ ਦੇ ਰਿਹਾ। ਗੁਰ ਪ੍ਰਸਾਦੇ ਮਨ ਵਸਾਈ, ਮੈਂ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਨ ਵਿੱਚ ਵਸਾ ਦਿੰਦਾ ਹਾਂ। ਉਹਦਾ ਨਾਮ ਜਪਣਾ ਜਿਹਨਾਂ ਨੂੰ ਮਨ 'ਚ ਵਸਾਉਣਾ ਹੈ। ਨਾਮ ਜਪਦਿਆਂ 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 ਇੱਕ ਦਿਨ ਨਾਮ ਮਨ 'ਚ ਵਸ ਜਾਂਦਾ ਹੈ। ਨਾਮ ਵਸ ਗਿਆ, ਸਮਝੋ ਪਰਮਾਤਮਾ ਵਸ ਗਿਆ। ਸੋ ਇਹ ਗੁਰੂ ਦੀ ਕਿਰਪਾ ਨਾਲ। ਤਨ ਸੱਚਾ ਰਸਨਾ ਸੱਚ ਰਾਤੀ, ਸੁਣ ਸੱਚ ਆਖ ਵਖਾਨਣੇ। ਜਿਹੜੇ ਸੱਚ ਨੂੰ ਸੁਣਦੇ ਨੇ ਅਤੇ ਸੱਚ ਬਾਰੇ ਕਹਿੰਦੇ ਹਨ, ਭਾਵ ਜਿਹੜੇ ਨਾਮ ਸੁਣਦੇ ਨੇ ਅਤੇ ਨਾਮ ਦੂਜਿਆਂ ਨੂੰ ਸੁਣਾਉਂਦੇ ਨੇ, ਉਹਨਾਂ ਦਾ ਕੀ ਹੈ? ਤਨ ਸੱਚਾ ਰਸਨਾ ਸੱਚ ਰਾਤੀ। ਉਹਨਾਂ ਦੀ ਰਸਨਾ ਹੈ ਉਹ ਨਾਮ ਦੇ ਰੰਗੀ ਜਾਂਦੀ ਹੈ, ਇਸ ਲਈ ਉਹਨਾਂ ਦਾ ਤਨ ਵੀ ਸੱਚਾ ਹੋ ਜਾਂਦਾ। ਸਰੀਰ ਵਿੱਚ ਨਾਮ 'ਚ ਰੰਗਿਆ ਜਾਂਦਾ ਹੈ, ਰਸਨਾ ਵੀ ਨਾਮ 'ਚ ਰੰਗੀ ਜਾਂਦੀ ਹੈ, ਅਤੇ ਉਹ ਫਿਰ ਸੱਚ ਸੁਣਦਾ ਅਤੇ ਸੱਚ ਹੀ ਅੱਗੇ ਬਿਆਨ ਕਰਦਾ। ਭਾਵ ਨਾਮ ਸੁਣਦਾ ਅਤੇ ਨਾਮ ਹੀ ਅੱਗੇ ਜਪਦਾ ਹੈ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੀਠੀ ਸਭ ਆਪਣ ਜਾਣੀ। ਸਤਿਗੁਰ ਸੇਵੇ ਸਦਾ ਮਨ ਨਿਰਮਲ, ਸਦਾ ਮਨ ਨਿਹਚਲ, ਨਿਜ ਕਰ ਵਾਸਾ ਪਾਵਣੇ। ਮਨਸਾ ਮਾਰ, ਮਨਸਾ ਪਾ ਮਨ, ਮਨਸਾ ਮਾਰ ਸੱਚ ਸਮਾਣੀ। ਮਨ ਨੂੰ ਮਾਰ ਕੇ ਹੀ ਸੱਚ ਵਿੱਚ ਸਮਾਇਆ ਜਾ ਸਕਦਾ ਹੈ। ਜੇ ਮਨ ਜਿਉਂਦਾ ਨਾ, ਉਹ ਸੱਚ ਹੀ ਸੁਣਦਾ। ਜੇ ਮਨ ਬੋਲੀ ਜਾਂਦਾ ਨਾ, ਫਿਰ ਸੱਚ ਨਹੀਂ ਸੁਣਦਾ। ਨਿਰਾ ਮੂੰਹ ਬੰਦ ਕਰਨ ਨਾਲ ਜਿਹੜਾ ਮਨ ਨਹੀਂ ਚੁੱਪ ਕਰਦਾ, ਮਨ ਆਪਣਾ ਬੋਲੀ ਹੋਈ ਜਾਂਦਾ। ਜਿੰਨਾ ਚਿਰ ਮਨ ਨਹੀਂ ਚੁੱਪ ਕਰਦਾ, ਉਨਾ ਚਿਰ ਪਰਮਾਤਮਾ ਨਹੀਂ ਸੁਣਦਾ। ਇਸ ਲਈ ਕਿ ਮਨਸਾ ਮਾਰ, ਇਸ ਮਨ ਨੂੰ ਮਾਰ ਕੇ ਸੱਚ ਸਮਾਨ, ਸੱਚ ਦੇ ਵਿੱਚ ਸਮਾਇਆ ਜਾ ਸਕਦਾ ਹੈ। ਇਨ ਮਨ ਡੀਠੇ ਸਭ ਆਪਣ ਜਾਣੀ। ਜਦੋਂ ਫਿਰ ਮਨ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ, ਫਿਰ ਇਸ ਨਾਲ ਕੀ ਦੇਖਦਾ? ਸਭ ਆਪਣ ਜਾਣੀ। ਉਹਦੇ ਸਾਰਾ ਸੰਸਾਰ ਇਹ ਜੰਮਣ ਮਰਨ ਦੇ ਚੱਕਰ 'ਚ ਹੈ। ਇੱਥੇ ਹੋਰ ਕੁਝ ਸਥਿਰ ਨਹੀਂ ਹੈ। ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਆ ਰਿਹਾ ਜਾ ਰਿਹਾ। ਇਸੇ ਮਨ ਨਾਲ ਫਿਰ ਇਹ ਦਿਸਦਾ ਹੈ। ਸਤਿਗੁਰ ਸੇਵੇ ਸਦਾ ਮਨ ਨਿਹਚਲ। ਜਿਹੜਾ ਗੁਰੂ ਦੀ ਸੇਵਾ ਕਰਦਾ ਰਹਿੰਦਾ, ਉਹਦਾ ਮਨ ਅਡੋਲ ਹੋ ਜਾਂਦਾ। ਨਿਹਚਲ, ਚਲ ਹੁੰਦਾ ਚਲਾਏ ਮਨ ਹਿੱਲਣਾ, ਨਿਹਚਲ ਅਚਲ ਅਡੋਲ। ਸਤਿਗੁਰ ਸੇਵੇ ਸਦਾ ਮਨ ਨਿਹਚਲ। ਜਿਹੜਾ ਗੁਰੂ ਦੀ ਸੇਵਾ ਕਰਦਾ, ਉਹਦਾ ਮਨ ਅਡੋਲ ਹੋ ਜਾਂਦਾ ਹੈ। ਨਿਜ ਕਰ ਵਾਸਾ ਪਾਵਨੇ। ਫਿਰ ਜਦ ਮਨ ਡੋਲਦੇ ਹੀ ਨਹੀਂ, ਮਨ ਇੱਧਰ ਉੱਧਰ ਜਾਂਦਾ ਹੀ ਨਹੀਂ, ਮਨ ਨਾਮ ਦੇ ਵਿੱਚ ਟਿਕ ਗਿਆ ਹੈ, ਫਿਰ ਉਹ ਨਿਜ ਘਰ, ਆਪਣਾ ਅਸਲੀ ਘਰ
ਸੱਚਖੰਡ। ਫਿਰ ਉਹਨੂੰ ਆਪਣੇ ਅਸਲੀ ਘਰ ਭਾਵ ਸੱਚਖੰਡ ਦੇ ਵਿੱਚ ਵਾਸਾ ਪ੍ਰਾਪਤ ਹੋ ਜਾਂਦਾ, ਉੱਥੇ ਵਸਣ ਲੱਗ ਜਾਂਦਾ। ਉਹਦਾ ਜੰਮਣਾ ਮਰਨਾ ਖਤਮ ਹੋ ਜਾਂਦਾ ਅਤੇ ਉਹ ਸੱਚਖੰਡ ਚਲੇ ਜਾਂਦਾ। ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਸੱਚੋ ਸੱਚਾ ਵੇਖ ਸਲਾਹੇ, ਗੁਰ ਸ਼ਬਦੀ ਸੱਚ ਪਾਵਨੇ। ਗੁਰ ਕੈ ਸ਼ਬਦ, ਗੁਰੂ ਦੇ ਦਿੱਤੇ ਨਾਮ ਰਾਹੀਂ ਹਿਰਦੈ ਦਿਖਾਇਆ। ਗੁਰੂ ਦੇ ਨਾਮ ਰਾਹੀਂ ਗੁਰੂ ਨੇ ਹਿਰਦੇ ਵਿੱਚ ਹੀ ਪਰਮਾਤਮਾ ਵਿਖਾ ਦਿੱਤਾ। ਭਾਵ ਵਾਹਿਗੁਰੂ 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 ਕਰੀ ਜਾਓ, ਫਿਰ ਇਸ ਨਾਮ ਦੀ ਬਰਕਤ ਦੇ ਨਾਲ ਪਰਮਾਤਮਾ ਅੰਦਰ ਦਿਸਣ ਲੱਗ ਜਾਂਦਾ ਹੈ। ਮਾਇਆ ਮੋਹ ਸ਼ਬਦ ਜਲਾਇਆ, ਸ਼ਬਦ ਭਾਵ ਨਾਮ। ਉਹ ਨਾਮ ਦੇ ਨਾਲ ਆਪਣੇ ਅੰਦਰੋਂ ਮਾਇਆ ਦਾ ਮੋਹ ਸਾੜ ਦਿੰਦਾ ਹੈ, ਜਲਾ ਦੇਣਾ, ਸਾੜ ਦੇਣਾ। ਮਾਇਆ ਦਾ ਮੋਹ ਨਾਮ ਦੇ ਨਾਲ ਬੰਦਾ ਅੰਦਰੋਂ ਸਾੜ ਦਿੰਦਾ, ਖਤਮ ਕਰ ਦਿੰਦਾ। ਫਿਰ ਕੀ ਹੁੰਦਾ? ਸੱਚੋ ਸੱਚਾ ਵੇਖ ਸਲਾਹੇ। ਫਿਰ ਸਭ ਪਾਸੇ ਪਰਮਾਤਮਾ ਨੂੰ ਹੀ ਵੇਖ ਕੇ ਫਿਰ ਉਹਦੀ ਸਿਫਤ ਸਲਾਹ ਕਰਦਾ। ਗੁਰ ਸ਼ਬਦੀ ਸੱਚ ਪਾਵਨੇ। ਗੁਰੂ ਦੇ ਸ਼ਬਦ 'ਤੇ ਚੱਲ ਕੇ, ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਜਦ ਸੱਚ ਦੀ ਪ੍ਰਾਪਤੀ ਹੁੰਦੀ ਹੈ, ਫਿਰ ਸਾਰੇ ਪਾਸੇ ਸੱਚ ਵੇਖਦਾ ਹੈ ਅਤੇ ਸੱਚ ਦੀ ਸਿਫਤ ਸਲਾਹ ਕਰਦਾ ਰਹਿੰਦਾ। ਪ੍ਰਾਪਤੀ ਨਾਮ ਜਪਣ ਨਾਲ ਹੀ ਹੋਣੀ। ਗੁਰੂ ਦੇ ਜਿਹੜਾ ਸ਼ਬਦ ਹੈ, ਗੁਰਮੰਤਰ ਹੈ, ਉਹਦਾ ਜਪ, ਨਾਮ ਜਪ ਕੇ ਹੀ ਪ੍ਰਾਪਤੀ ਹੁੰਦੀ ਹੈ। ਜੋ ਸਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੈ ਸੇ ਵਡ ਭਾਗੀ। ਸੱਚੈ ਸ਼ਬਦ ਆਪ ਮਿਲਾਏ, ਸਤ ਸੰਗਤ ਸਚ ਗੁਣ ਗਾਵਣੇ। ਜੋ ਸੱਚ ਰਾਤੇ, ਜੋ ਨਾਮ ਦੇ ਵਿੱਚ ਰੰਗੇ ਜਾਂਦੇ ਹਨ, ਤਿਨ ਸੱਚੀ ਲਿਵ ਲੱਗੀ, ਉਹਨਾਂ ਦੀ ਸਦਾ ਪਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ। ਸੱਚੀ ਲਿਵ ਜਿਹੜੀ ਪਰਮਾਤਮਾ ਨਾਲ ਲਿਵ ਲੱਗੇ। ਜਿਹੜੇ ਸੱਚ ਪਾ ਪਰਮਾਤਮਾ ਦੇ ਨਾਮ 'ਚ ਰੰਗੇ ਗਏ ਨਾ, ਤਿਨ ਸੱਚੀ ਲਿਵ ਲੱਗੀ, ਉਹਨਾਂ ਦੀ ਸਦਾ ਰਹਿਣ ਵਾਲੇ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ। ਹਰ ਨਾਮ ਸੰਭਾਲੈ ਸੇ ਵਡ ਭਾਗੀ। ਜਿਹੜੇ ਪਰਮਾਤਮਾ ਦੇ ਨਾਮ ਨੂੰ ਯਾਦ ਕਰਦੇ ਰਹਿੰਦੇ ਨੇ, ਕਰਦੇ ਨੇ, ਸੇ ਵਡ ਭਾਗੀ, ਉਹ ਤਾਂ ਵੱਡੇ ਭਾਗਾਂ ਵਾਲੇ ਹਨ। ਉਹ ਵੱਡੇ ਭਾਗਾਂ ਵਾਲੇ ਹਨ ਜਿਹੜੇ ਪਰਮਾਤਮਾ ਦੇ ਨਾਮ ਨੂੰ ਯਾਦ ਕਰਦੇ ਰਹਿੰਦੇ, ਪਰ ਨਾਮ ਜਪੀ ਜਾਂਦੇ। ਸੱਚੇ ਸ਼ਬਦ ਆਪ ਮਿਲਾਏ। ਫਿਰ ਪਰਮਾਤਮਾ ਦੇ ਨਾਮ ਰਾਹੀਂ ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਸਤ ਸੰਗਤ ਸੱਚ ਗੁਣ ਗਾਵਣੇ। ਫਿਰ ਇਹ ਜੀਵ ਸਤ ਸੰਗਤ ਦੇ ਵਿੱਚ ਜਾ ਕੇ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਸੱਚ ਗੁਣ ਗਾਵਣੇ, ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਇਸ ਨਾਮ ਦੇ ਰਾਹੀਂ ਹੀ ਪਰਮਾਤਮਾ ਨਾਲ ਮੇਲ ਹੁੰਦਾ ਹੈ। ਜਦੋਂ ਸੋਝੀ ਹੁੰਦੀ ਹੈ, ਫਿਰ ਬੰਦਾ ਸਤ ਸੰਗਤ ਕਰਦਾ ਹੈ। ਸਤ ਸੰਗਤ 'ਚ ਜਾ ਕੇ ਫਿਰ ਇਹ ਨਾਮ ਜਪਦਾ ਹੈ, ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਅਤੇ ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ। ਲੇਖਾ ਪੜ੍ਹੀਏ ਜੇ ਲੇਖੇ ਵਿੱਚ ਹੋਵੇ, ਉਹ ਅਗੰਮ ਅਗੋਚਰ ਸ਼ਬਦ ਸੁਧ ਹੋਵੇ। ਅਣਦਿਨ ਸੱਚ ਸ਼ਬਦ ਸਲਾਹੀ, ਹੋਰ ਕੋਈ ਨਾ ਕੀਮਤ ਪਾਵਣੇ। ਲੇਖਾ ਪੜ੍ਹੀਏ ਜੇ ਲੇਖੇ ਵਿੱਚ ਹੋਵੇ। ਕਹਿੰਦੇ ਧਾਰਮਿਕ ਪੁਸਤਕਾਂ ਦੇ ਤਾਂ ਪੜ੍ਹੀਏ ਜੇ ਉਹਨਾਂ ਦੇ ਵਿੱਚ ਹੋਵੇ ਪਰਮਾਤਮਾ। ਕਿਸੇ ਹਿਸਾਬ ਕਿਤਾਬ 'ਚ ਪਰਮਾਤਮਾ ਨਹੀਂ ਹੈ। ਪਰਮਾਤਮਾ ਉਂਝ ਸਭ ਥਾਂ 'ਤੇ ਹੈ, ਪਰ ਜੋ ਲਿਖਿਆ ਹੋਇਆ ਹੈ ਜੇ ਉਸ ਨੂੰ ਪੜ੍ਹਦੇ ਰਹੀਏ ਤਾਂ ਪਰਮਾਤਮਾ ਉਸ ਲੇਖੇ ਵਿੱਚ ਨਹੀਂ ਆਉਂਦਾ। ਉਹਦੇ ਬਾਰੇ ਟੋਟਲ ਲਿਖਿਆ ਨਹੀਂ ਜਾ ਸਕਦਾ। ਇਸ ਲਈ ਤਾਂ ਪੜ੍ਹੀਏ ਜੋ ਲੇਖੇ ਵਿੱਚ ਹੋਵੇ। ਉਹ ਤਾਂ ਅਲੇਖ ਹੈ, ਉਹ ਤਾਂ ਲੇਖੇ 'ਚ ਆਉਂਦਾ ਹੀ ਨਹੀਂ। ਜਿਹੜਾ ਲੇਖੇ 'ਚ ਆ ਗਿਆ ਮਤਲਬ ਉਹ ਫਿਰ ਲਿਮਟਡ ਹੈ। ਪਰਮਾਤਮਾ ਦਾ ਲਿਮਟਲੈਸ, ਉਹ ਤਾਂ ਬੇਅੰਤ ਹੈ। ਲੇਖੇ ਦਾ ਅੰਤ ਹੁੰਦਾ।
ਪਰਮਾਤਮਾ ਬੇਅੰਤ ਹੋਣ ਕਰਕੇ ਕਿਸੇ ਲੇਖੇ 'ਚ ਆਉਂਦਾ ਹੀ ਨਹੀਂ ਸੀ। ਲੇਖਾ ਪੜ੍ਹਨ ਦਾ ਵੀ ਕੀ ਫਾਇਦਾ ਕਹਿੰਦੇ। ਉਹ ਅਗੰਮ ਅਗੋਚਰ ਸ਼ਬਦ ਸੁਧ ਹੋਵੇ। ਉਹ ਤਾਂ ਅਗੰਮ ਹੈ। ਅਗੰਮ ਸੰਸਕ੍ਰਿਤ ਦਾ ਸ਼ਬਦ ਹੈ, ਅਪਹੁੰਚ, ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ। ਅਗੋਚਰ, ਜਿਹਨੂੰ ਪਕੜਿਆ ਨਾ ਜਾ ਸਕੇ। ਇਹ ਉਹ ਪਰਮਾਤਮਾ ਜੋ ਅਗੰਮ ਹੈ ਅਤੇ ਜੋ ਅਗੋਚਰ ਹੈ, ਸ਼ਬਦ ਸੁਧ ਹੋਵੇ। ਉਹਦੀ ਸੋਝੀ ਨਾਮ ਰਾਹੀਂ ਹੁੰਦੀ ਹੈ। ਬੰਦਾ ਨਾਮ ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ, ਫਿਰ ਇੱਕ ਦਿਨ ਉਸ ਪਰਮਾਤਮਾ ਦੀ ਉਹਨੂੰ ਸੋਝੀ ਹੋ ਜਾਂਦੀ ਹੈ। ਅਣ ਦਿਨ ਸੱਚ ਸ਼ਬਦ ਸਲਾਹੀ। ਉਹ ਫਿਰ ਦਿਨ ਰਾਤ ਪਰਮਾਤਮਾ ਦੇ ਨਾਮ ਰਾਹੀਂ ਉਹਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ। ਹੋਰ ਕੋਈ ਨਾ ਕੀਮਤ ਪਾਵਨੇ, ਹੋਰ ਕੋਈ ਢੰਗ ਤਰੀਕਾ ਹੀ ਨਹੀਂ ਜਿਸ ਰਾਹੀਂ ਉਹਦੀ ਕੀਮਤ ਪਾਈ ਜਾ ਸਕੇ। ਇਹ ਤਾਂ ਪਰਮਾਤਮਾ ਦੇ ਨਾਮ ਰਾਹੀਂ ਹੀ ਉਹਦੀ ਸੋਝੀ ਹੁੰਦੀ ਹੈ। ਪੜ੍ਹ ਪੜ੍ਹ ਥਾਕੇ ਸ਼ਾਂਤ ਨਾ ਆਈ, ਤ੍ਰਿਸ਼ਨਾ ਜਾਲੇ ਸੁਧ ਨ ਕਾਈ। ਬਿਖ ਬਿਹਾਜੈ ਬਿਖ ਮੋਹ ਪਿਆਸੇ, ਕੂੜ ਬੋਲ ਬਿਖ ਖਾਵਣੇ। ਪੜ੍ਹ ਪੜ੍ਹ ਥਾਕੇ ਸ਼ਾਂਤ ਨਾ ਆਈ। ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਮਨੁੱਖ ਨੂੰ ਸ਼ਾਂਤੀ ਨਹੀਂ ਆਈ। ਕਿਉਂ ਨਹੀਂ ਸ਼ਾਂਤੀ ਆਉਂਦੀ? ਬਹੁਤ ਸਾਰੇ ਲੋਕ ਧਾਰਮਿਕ ਗ੍ਰੰਥ ਪੜ੍ਹਦੇ ਰਹਿੰਦੇ ਨੇ, ਗ੍ਰੰਥਾਂ ਦੇ ਵਿੱਚ ਜੋ ਲਿਖਿਆ ਹੈ ਉਸ ਤਰ੍ਹਾਂ ਕਰਮ ਨਹੀਂ ਕਰਦੇ, ਇਸ ਲਈ ਸ਼ਾਂਤੀ ਨਹੀਂ ਮਿਲਦੀ। ਪ੍ਰੈਕਟੀਕਲ ਲਾਈਫ ਤੋਂ ਬਿਨਾਂ ਸ਼ਾਂਤੀ ਨਹੀਂ ਹੋਇਆ ਕਰਦੇ। ਥਿਓਰੀ ਨੂੰ ਰੱਟੇ ਲਾਉਣੇ ਆਸਾਨ ਨੇ, ਪ੍ਰੈਕਟੀਕਲ ਹਮੇਸ਼ਾ ਹੀ ਔਖਾ ਹੁੰਦਾ। ਅਤੇ ਜਿਹੜਾ ਬੰਦਾ ਪ੍ਰੈਕਟੀਕਲ ਕਰ ਲੈਂਦਾ ਉਹਨੂੰ ਥਿਓਰੀ ਨੂੰ ਰੱਟੇ ਲਾਉਣ ਦੀ ਲੋੜ ਨਹੀਂ ਪੈਂਦੀ। ਥਿਓਰੀ ਤਾਂ ਆਪੇ ਆ ਜਾਂਦੀ ਹੈ, ਥਿਓਰੀ ਤਾਂ ਆਪੇ ਆ ਜਾਂਦੀ ਜੇ ਪ੍ਰੈਕਟੀਕਲ ਹੀ ਕਰ ਲਿਆ ਉਸਦਾ। ਕਈ ਦੇਖਿਆ ਮੈਂ ਬਿਜਲੀ ਦਾ ਕੰਮ ਬਹੁਤ ਵਧੀਆ ਜਾਣਦੇ ਨੇ, ਹਾਲਾਂਕਿ ਉਹਨਾਂ ਕਿਸੇ ਕਾਲਜ 'ਚੋਂ ਕਿਸੇ ਇੰਸਟੀਟਿਊਸ਼ਨ ਕੋਈ ਟ੍ਰੇਨਿੰਗ ਨਹੀਂ ਲਈ ਹੁੰਦੀ। ਉਹ ਪ੍ਰੈਕਟੀਕਲ ਕਰਦੇ ਰਹਿੰਦੇ ਤਾਂ ਬਹੁਤ ਟ੍ਰੇਨਡ ਹੁੰਦੇ, ਵੈਸੇ ਬਿਨਾਂ ਟ੍ਰੇਨਿੰਗ ਲਏ ਹੋਏ ਹੀ। ਅਤੇ ਜਿਹੜਾ ਟ੍ਰੇਨਿੰਗ ਲੈਂਦਾ ਕਈ ਵਾਰੀ ਰੱਟਾ ਲੈਂਦਾ ਇਮਤਿਹਾਨ 'ਚ ਪਾਸ ਹੋਣ ਲਈ, ਪ੍ਰੈਕਟੀਕਲ ਕਰਦਾ ਨਹੀਂ ਹੈਗਾ। ਆ ਮੈਨੂੰ ਕਈ ਵਾਰੀ ਪਤਾ ITI ਕਰਦੇ ਬੱਚੇ, ਇਹ ਪਲੰਬਰੀ ਦਾ ਕੋਰਸ ਕਰ ਰਹੇ ਨੇ, ਥਿਓਰੀ ਨੂੰ ਰੱਟੇ ਲਾ ਲੈਂਦੇ, ਆਪ ਉਹ ਟੂਟੀਆਂ ਖੋਲ੍ਹ ਕੇ ਵਰਨਾ ਸਾਰਾ ਕੁਝ ਉਹ ਕਰਦੇ ਨਹੀਂ ਹੈਗੇ ਜਵਾਕ, ਕਿਉਂ ਕਾਲਜਾਂ 'ਚ ਅਵਾਰਾਗਰਦੀ ਕਰੀ ਨੇ, ਉਹ ਕੰਮ ਹੋਣਾ ਕੋਈ ਨਹੀਂ। ਡਿਗਰੀ ਕੋਲ ਹੈ ਵੀ ਹਾਂ ਜੀ ਇਹਨੇ ਪਲੰਬਰੀ ਦਾ ਕੋਰਸ ਕੀਤਾ ਅਤੇ ਉਹਦਾ ਕੁਛ ਨਹੀਂ, ਉਹਦਾ ਕੁਛ ਨਹੀਂ। ਕਿਉਂ? ਕਾਲਜ ਦੇ ਵਿੱਚ ਰਹਿ ਕੇ ਪ੍ਰੈਕਟੀਕਲ ਹੀ ਨਹੀਂ ਕੀਤਾ, ਪਾਸ ਹੋਣ ਲਈ ਥਿਓਰੀ ਰੱਟਾ ਲਾ ਲਿਆ। ਪ੍ਰੈਕਟੀਕਲ ਜ਼ਰੂਰੀ ਹੈ। ਆਪਾਂ ਬਾਣੀ ਰੱਟਾ ਲਾ ਲਿਆ ਹੈ, ਨਹੀਂ ਗੱਲ ਬਣੇਗੀ। ਜੇ ਅਸੀਂ ਬਾਣੀ ਦੇ ਪ੍ਰੈਕਟੀਕਲ ਕਰਦੇ, ਜਿਵੇਂ ਬਾਣੀ ਕੀ ਉਵੇਂ ਹੀ ਕਰਦੇ ਹਾਂ, ਦੇਖੋ ਫਿਰ ਆਪੇ ਗੱਲ ਬਣ ਜੇ ਇੱਕ ਦਿਨ। ਇਸ ਲਈ ਕਹਿੰਦੇ ਪੜ੍ਹ ਪੜ੍ਹ ਥਾਕੇ ਸ਼ਾਂਤ ਨਾ ਆਈ। ਜਿਹੜੇ ਨਿਰੀਆਂ ਧਾਰਮਿਕ ਪੁਸਤਕਾਂ ਪੜ੍ਹਦੇ ਰਹਿੰਦੇ ਨੇ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ, ਉਹਨੂੰ ਸ਼ਾਂਤੀ ਨਹੀਂ ਮਿਲਦੀ। ਤ੍ਰਿਸ਼ਨਾ ਜਾਲੇ ਸੁਧ ਨ ਕਾਈ। ਉਹ ਤਾਂ ਤ੍ਰਿਸ਼ਨਾਵਾਂ ਕਰਕੇ ਸੜੇ ਹੋਏ ਹਨ, ਤ੍ਰਿਸ਼ਨਾਵਾਂ ਨੇ ਉਹਨਾਂ ਨੂੰ ਸਾੜ ਰੱਖਿਆ ਹੈ। ਸੁਧ ਨ ਕਾਈ, ਉਹਨਾਂ ਨੂੰ ਕੋਈ ਸੋਝੀ ਹੀ ਨਹੀਂ, ਉਹਨਾਂ ਨੂੰ ਪਰਮਾਤਮਾ ਦੀ ਸੋਝੀ ਹੀ ਨਹੀਂ। ਉਹ ਤ੍ਰਿਸ਼ਨਾਵਾਂ 'ਚ ਫਸੇ ਹੋਏ ਸੜਦੇ ਰਹਿੰਦੇ ਹਨ। ਬਿਖ ਬਿਹਾਜੈ ਬਿਖ ਮੋਹ ਪਿਆਸੇ, ਕੂੜ ਬੋਲ ਬਿਖ ਖਾਈ ਖਾਵਣੇ। ਬਿਖ ਭਾਵ ਜ਼ਹਿਰ, ਭਾਵ ਮਾਇਆ। ਮਾਇਆ ਨੂੰ ਕਦੋਂ ਬਿਖ ਕਿਹਾ? ਜਦੋਂ ਮਾਇਆ ਗਲਤ ਤਰੀਕੇ ਨਾਲ ਕਮਾਈ ਜਾਂਦੀ ਹੈ। ਜਦੋਂ ਜਿੰਨੀ ਮਾਇਆ ਤੁਸੀਂ ਗਲਤ ਤਰੀਕੇ ਨਾਲ ਕਮਾਓਗੇ, ਧਰਮ ਅਨੁਸਾਰ ਉਹ ਬਿਖ ਹੈ, ਉਹ ਜ਼ਹਿਰ ਹੈ। ਜਿਵੇਂ ਜ਼ਹਿਰ ਕੋਈ ਖਾਵੇ ਤਾਂ ਬੰਦੇ ਦਾ ਨੁਕਸਾਨ ਹੋ ਜਾਂਦਾ, ਇਸ ਤਰ੍ਹਾਂ ਜਿਹੜੀ ਹਰਾਮ ਦੀ ਕਮਾਈ ਹੈ ਇਹ ਸਾਡਾ ਮਾਨਸਿਕ ਤੌਰ 'ਤੇ ਵੀ ਨੁਕਸਾਨ ਕਰਦੀ ਹੈ। ਇਸ ਲਈ ਕਹਿੰਦੇ ਹੁਣ ਉਹਨਾਂ ਨੂੰ ਸ਼ਾਂਤੀ ਕਿਉਂ ਨਹੀਂ ਆ ਰਹੀ? ਤ੍ਰਿਸ਼ਨਾਵਾਂ ਨੇ ਅੰਦਰ, ਤ੍ਰਿਸ਼ਨਾਵਾਂ ਪੂਰੀਆਂ ਕਰਨੀ। ਬਿਖ ਬਿਹਾਜੈ ਬਿਖ ਮੋਹ ਪਿਆਸੇ, ਉਹ ਮਾਇਆ ਨੂੰ ਇਕੱਠੀ ਕਰਦੇ ਨੇ, ਮਾਇਆ ਦੇ ਮੋਹ 'ਚ ਹੀ ਫਸੇ ਹੋਏ ਹਨ। ਉਹਨਾਂ ਨੂੰ ਪਿਆਸ ਜਿਹੜੀ ਹੈ ਮਾਇਆ ਦੀ ਹੈ, ਵੀ ਵੱਧ ਤੋਂ ਵੱਧ ਮਾਇਆ ਹੋਵੇ।
कूड़ बोल विखावने, ये झूठ बोलने तो बिना माया इकट्ठी नहीं होती। झूठ बोलने तो नहीं होती इकट्ठी, झूठ बोल के वो इस जहर नूं खा रहे हैं। क्योंकि जो तुसी किसी ने ठगी ठोरी करनी तो झूठ बोलना पड़ेगा। बंदा झूठ बोलता है क्योंकि अगले ने बेवकूफ़ बनाना, इसलिए झूठ बोल बोल के इस तरह समझे जिवें जहर खा रहे हैं। ये माया नूं इकट्ठी करन, इसलिए अंदर तृष्णावां ने, तृष्णावां खत्म नहीं होंदियां, इसलिए सड़दा बलदा रहिंदा है। इसलिए धार्मिक किताबां पढ़न दे बावजूद भी उहदे मन नूं शांति नहीं मिलती। गुर प्रसादी एको जाना, दूजा मार मन सच समाना। नानक एको नाम वरतै मन अंतर, गुर प्रसादी पावने। गुर प्रसादी एको जाना, जिहड़ा गुरु की किरपा नाल उस एक परमात्मा नूं जान लैंदा है, वो फिर की करदा है? दूजा मार, वो माया दे मोह नूं मार के मन सच उहदा मन परमात्मा दे विच नाम विच लीन हो जांदा, उह च समा जांदा। गुरु की किरपा होवे तो एक परमात्मा का ज्ञान हुंदा है। जदों ज्ञान हुंदा है फिर मनुख अंदरों द्वैत भावना, माया का मोह उन्होंने मार के ये जिहड़ा मन है सच समा जांदा है, परमात्मा च लीन हो जांदा। नानक एको नाम वरतै मन अंतर, गुर प्रसादी पावन। गुरु की किरपा नाल इस नाम अमृत की प्राप्ति हुंदी है, तो फिर जिन्हों प्राप्ति होती है एको नाम वरतै मन अंतर, उहदे मन दे सिर एक परमात्मा का नाम ही वसदा है। क्योंकि गुरु की किरपा नाल नाम की प्राप्ति हो गई है, हुण नाम उहदे मन च वस जांदा है, माया का मोह मन चों खत्म हो जाता है। माज महला तीजा, वर्ण रूप वरतैं सब तेरे, मर मर जम्मै फेर पवें कनेरे। तू एको निहचल अगम अपारा, गुरमति बूझ बुझावणे। वर्ण रंग नूं कहंदे ने, रूप वर्ण रूप वरतैं सब तेरे। तू आड आड रंगां च आड रूपां च तू ही वरत रहा है। ये जिहड़े वर्ण ने रंग रूप ने ये सब तेरे ने, तू इन्हां दे विच वरत रहा है। मर मर जम्मे फेर पवें कनेरे, ये मनुख जिहड़े ने जमदे रहिंदे ने, मरदे रहिंदे ने, जमदे रहिंदे ने, मरदे ने, ते बेअंत इन्हां चक्कर लाउणे पैंदे, फेर चक्कर, इन्हां बेअंत चक्कर लाउणे पैंदे ने। किन्ने वारी जमना ते मरना पैंदा है। तू एको निश्चल अगम अपार, हे परमात्मा तू अगम है, अपहुँच है, अपारा तू बेअंत है, तू सदा रहन वाला है। तू एको निश्चल, तू सदा रहन वाला है, तू सदा ही अडोल है। गुरमति बूझ बुझावने, पर इहदी सोझी कदों हुंदी है? जदों मनुख गुरु की मत ते चलदा है। गुरु की मत राहीं फिर मनुख नूं सोझी हुंदी है, फिर इनू पता लगता है। हों वारी जियो वारी, राम नाम मन वसावने। तिस रूप न रेख्या, वरण न कोई, गुरमति आप बुझावने। कहते हों वारी जियो वारी, मैं उस तो बलिहार जाता हाँ। किस तो? राम नाम मन वसावने। जिहड़ा परमात्मा के नाम नूं मन च वसा लैंदा ना, कहते मैं उस तो बलिहार जाता, क्योंकि हर एक दे अंदर वसदा ही नहीं है। ये तो कई साल लगातार नाम जपते रहना, जपते फिर नाम अंदर वस जाता है। जब नाम अमृत वसता फिर सहज सुभा ही साड़ी रसना वाहिगुरू वाहिगुरू करती रहती, सानू कोई चेच नहीं करना पैंदा। तिस रूप न रेख्या वरण न कोई, परमात्मा का कोई रूप नहीं, रेख्या कोई चक्कर चिन्ह नहीं, वर्ण कोई रंग नहीं।
ਉਹਦੇ ਤੇ ਕੋਈ ਹੈ ਹੀ ਨਹੀਂ, ਨਾ ਰੂਪ ਹੈ, ਨਾ ਰੰਗ ਹੈ, ਨਾ ਚੱਕਰ ਹੈ, ਨਾ ਚਿਹਨ ਹੈ। ਫਿਰ ਪਤਾ ਕਿਵੇਂ ਲੱਗੇ ਉਹਦਾ? ਗੁਰਮਤੀ ਆਪ ਬੁਝਾਵਨੇ। ਗੁਰੂ ਦੀ ਮੱਤ ਰਾਹੀਂ ਪਰਮਾਤਮਾ ਆਪ ਇਸ ਜੀਵ ਨੂੰ ਸੋਝੀ ਦਿੰਦਾ ਹੈ। ਜਦੋਂ ਜੀਵ ਗੁਰੂ ਦੀ ਮੱਤ 'ਤੇ ਚੱਲਦੇ ਨਾ, ਫਿਰ ਪਰਮਾਤਮਾ ਆਪ ਆਪਣੇ ਬਾਰੇ ਉਸ ਨੂੰ ਸੋਝੀ ਦਿੰਦਾ ਹੈ। ਰਹਾਓ। ਸਭ ਏਕਾ ਜੋਤ ਜਾਣੇ ਜੇ ਕੋਈ, ਸਤਿਗੁਰ ਸੇਵਿਆ ਪ੍ਰਗਟ ਹੋਈ। ਗੁਪਤ ਪ੍ਰਗਟ ਵਰਤੈ ਸਭ ਥਾਈ, ਥਾਈ ਈੜੀ ਪਿਆਰੀ ਬਿੰਦੀ। ਜੋਤੀ ਜੋਤ ਮਿਲਾਵਣੇ। ਸਭ ਏਕਾ ਜੋਤ ਜਾਣੇ ਜੇ ਕੋਈ। ਸਾਰੇ 'ਚ ਇੱਕ ਪਰਮਾਤਮਾ ਦੀ ਹੀ ਜੋਤ ਹੈ, ਪਰ ਜਿਹੜਾ ਇਸ ਗੱਲ ਨੂੰ ਜਾਣ ਲੈਂਦਾ ਉਹਨੂੰ ਪਤਾ ਲੱਗਦਾ। ਨਹੀਂ ਤਾਂ ਲੱਗਦਾ ਬੰਦੇ ਅੱਡ ਨੇ, ਸ਼ਾਇਦ ਜੋਤ ਵੀ ਅੱਡ, ਜੋਤ ਇੱਕੋ ਹੀ ਹੈ। ਸਾਰਿਆਂ ਦੇ ਵਿੱਚ ਜੋਤ ਇੱਕੋ ਹੀ ਹੈ, ਪਰ ਜੇ ਇਸ ਨੂੰ ਗੱਲ ਨੂੰ ਜਾਣ ਲਵੇ ਤਾਂ ਇਹ ਜੋਤ ਪ੍ਰਗਟ ਕਿਵੇਂ ਹੋਏਗੀ? ਆਉਂਦਾ ਨਾ 16 ਸਾਲ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ। ਸਤਿਗੁਰ ਸੇਵਿਆ ਪ੍ਰਗਟ ਹੋਏ। ਗੁਰੂ ਦੀ ਸੇਵਾ ਕਰਨ ਨਾਲ, ਗੁਰੂ ਮਹਾਰਾਜ ਦਾ ਹੁਕਮ ਮੰਨਣ ਨਾਲ ਇਹ ਜੋਤ ਮਨੁੱਖ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ। ਜੋਤ ਸਾਰਿਆਂ ਦੇ ਵਿੱਚ ਹੈ, ਪਰ ਪ੍ਰਗਟ ਗੁਰੂ ਦੀ ਕਿਰਪਾ ਨਾਲ ਹੋਏਗੀ। ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮਿਲਾਵਣੇ। ਫਿਰ ਜਦੋਂ ਜੋਤ ਪ੍ਰਗਟ ਹੁੰਦੀ ਹੈ, ਫਿਰ ਮਨੁੱਖ ਨੂੰ ਪਤਾ ਲੱਗਦਾ ਹੈ ਗੁਪਤ ਤੌਰ 'ਤੇ ਵੀ ਅਤੇ ਪ੍ਰਗਟ ਤੌਰ 'ਤੇ ਵੀ ਪਰਮਾਤਮਾ ਦੀ ਜੋਤ ਹੀ ਸਭ ਥਾਂ 'ਤੇ ਵਰਤ ਰਹੀ ਹੈ। ਫਿਰ ਕੀ ਹੁੰਦਾ? ਜੋਤੀ ਜੋਤ ਮਿਲਾਵਣੇ। ਫਿਰ ਮਨੁੱਖ ਦੀ ਜੋਤ ਪਰਮਾਤਮਾ ਦੀ ਜੋਤ ਨਾਲ ਮਿਲ ਜਾਂਦੀ ਹੈ। ਤਿਸਨਾ ਅਗਨ ਜਲੈ ਸੰਸਾਰ, ਲੋਭ ਅਭਿਮਾਨ ਬਹੁਤ ਅਹੰਕਾਰ। ਮਰ ਮਰ ਜਨਮੇ ਪਤ ਗਵਾਏ ਆਪਣੀ, ਬਿਰਥਾ ਜਨਮ ਗਵਾਵਣੇ। ਤਿਸਨਾ ਭਾਵ ਤ੍ਰਿਸ਼ਨਾ। ਤਿਸ ਪਿਆਸ ਨੂੰ ਕਹਿੰਦੇ, ਇਹ ਚੀਜ਼ਾਂ ਦੀ ਜਿਹੜੀ ਪਿਆਸ ਹੈ ਤ੍ਰਿਸ਼ਨਾ ਹੈ। ਤਿਸਨਾ ਅਗਨ ਜਲੈ ਸੰਸਾਰ, ਇਹ ਤ੍ਰਿਸ਼ਨਾਵਾਂ ਦੀ ਅੱਗ ਵਿੱਚ ਸਾਰਾ ਸੰਸਾਰ ਸੜ ਰਿਹਾ ਹੈ, ਜਲਿਆ ਸੜ ਰਿਹਾ ਹੈ। ਤ੍ਰਿਸ਼ਨਾ ਹੀ ਮਨੁੱਖ ਨੂੰ ਔਖਿਆਂ ਕਰਦੀ ਹੈ। ਇਹ ਪੂਰੀ ਨਹੀਂ ਹੁੰਦੀ, ਬੰਦਾ ਦੁਖੀ ਹੋਇਆ ਰਹਿੰਦਾ। ਕੋਈ ਇੱਕ ਵਾਰੀ ਮੈਂ ਦੇਖਿਆ ਇੱਛਾ ਮਨ 'ਚ ਪੈਦਾ ਹੋ ਜਾਏ, ਫਿਰ ਉਸ ਇੱਛਾ ਪੂਰਤੀ ਲਈ ਬੰਦਾ ਬੜੇ ਪਾਪੜ ਵੇਲਦਾ ਹੈ, ਬੜਾ ਯਤਨ ਕਰਦਾ, ਬੜੀ ਚਿੰਤਾ ਕਰਦਾ, ਕਿਉਂਕਿ ਇੱਛਾ ਪੈਦਾ ਹੋ ਗਈ। ਇੱਕ ਬੰਦਾ ਆਪਣੀ ਦੁਕਾਨ ਕਰੇ, ਉਹਦੇ ਮਨ 'ਚ ਨੌਕਰੀ ਦੀ ਇੱਛਾ ਹੀ ਕੋਈ ਨਹੀਂ ਹੈ, ਉਹ ਵੀ ਪੜ੍ਹਿਆ ਲਿਖਿਆ, ਪਰ ਦੁਕਾਨਦਾਰੀ ਕਰਦਾ, ਉਹਦੇ ਅੰਦਰ ਨੌਕਰੀ ਦੀ ਕੋਈ ਇੱਛਾ ਨਹੀਂ। ਜਿਹੜਾ ਜੇ ਵਿਹਲਾ ਹੈ, ਉਹਦੇ ਅੰਦਰ ਨੌਕਰੀ ਦੀ ਇੱਛਾ ਹੈ, ਕੋਈ ਨੌਕਰੀ ਮਿਲ ਜਾਏ। ਉਹ ਜਿੰਨਾ ਚਿਰ ਨਹੀਂ ਮਿਲਦੀ, ਉਹ ਵਕਤ ਨੂੰ ਫੜਿਆ ਹੀ ਰਹਿੰਦਾ ਹੈ। ਧਰਮ ਇਹ ਨਹੀਂ ਕਹਿੰਦਾ ਕਿ ਤੁਹਾਡੇ ਅੰਦਰ ਇੱਛਾ ਹੀ ਨਹੀਂ ਹੋਣੀ ਚਾਹੀਦੀ। ਜੇ ਬੰਦੇ ਦੇ ਅੰਦਰ ਇੱਛਾ ਹੀ ਨਹੀਂ, ਤਾਂ ਤਰੱਕੀ ਤਾਂ ਹੋ ਹੀ ਨਹੀਂ ਸਕਦੀ। ਮੰਨ ਲਓ ਮੇਰੇ ਅੰਦਰ ਹੋਰ ਅਮੀਰ ਹੋਣ ਦੀ ਇੱਛਾ ਹੀ ਨਹੀਂ, ਤਾਂ ਫਿਰ ਮੈਂ ਹੋਰ ਅਮੀਰ ਨਹੀਂ ਹੋ ਸਕਦਾ। ਇੱਛਾ ਹੋਵੇਗੀ ਤਾਂ ਉਸ ਇੱਛਾ ਦੀ ਪੂਰਤੀ ਲਈ ਮੈਂ ਯਤਨ ਕਰਾਂਗਾ। ਇਸ ਲਈ ਕਹਿੰਦਾ ਜੇ ਮਨੁੱਖ ਦੇ ਅੰਦਰ ਬਹੁਤ ਜ਼ਿਆਦਾ ਇੱਛਾਵਾਂ ਨੇ, ਬਹੁਤ ਤ੍ਰਿਸ਼ਨਾਵਾਂ ਨੇ, ਉਹ ਪੂਰੀਆਂ ਨਹੀਂ ਹੁੰਦਾ, ਬੰਦਾ ਉਸ ਅੱਗ ਦੇ ਵਿੱਚ ਸੜਦਾ ਰਹਿੰਦਾ, ਪਰ ਦੁਖੀ ਹੁੰਦਾ ਰਹਿੰਦਾ। ਤ੍ਰਿਸ਼ਨਾ ਅੱਗ ਦੀ ਨਹੀਂ ਹੈ, ਚਿੰਤਾ ਲੱਗੀ ਰਹਿੰਦੀ ਬੰਦੇ ਨੂੰ। ਜਿਵੇਂ ਕਈ ਵਾਰੀ ਉਦਾਹਰਨ ਦਿੰਦਾ, ਵਿਆਹ ਹੋ ਗਿਆ ਹੈ, ਅਗਲੀ ਤ੍ਰਿਸ਼ਨਾ ਕੀ ਹੈ? ਬੱਚਾ ਹੋਵੇ, ਬੱਚਾ ਹੋ ਗਿਆ, ਹੋ ਗਈ ਕੁੜੀ। ਅਗਲੀ ਤ੍ਰਿਸ਼ਨਾ ਕੀ ਹੈ? ਮੁੰਡਾ ਹੋਵੇ, ਚਲੋ ਮੁੰਡਾ ਹੋ ਗਿਆ। ਅਗਲੀ ਤ੍ਰਿਸ਼ਨਾ ਕੀ? ਜੋੜੀ ਹੋਵੇ। ਬਹੁਤ ਸਾਰੇ ਲੋਕਾਂ ਮੈਂ ਦੇਖੇ ਕਹਿੰਦੇ ਜੀ 2 ਮੁੰਡੇ ਚਾਹੀਦੇ, ਕੁੜੀ ਦੀ ਜੋੜੀ ਕੋਈ ਨਹੀਂ ਮੰਗਦਾ। ਕੁੜੀ ਇੱਕ ਹੋ ਗਈ, ਦੂਜੀ ਕੋਈ ਨਹੀਂ ਮੰਗਦਾ। ਮੁੰਡਾ ਇੱਕ ਹੋ ਗਿਆ, ਦੂਜੇ ਮੁੰਡਾ ਕਈ ਮੰਗਦੇ ਨੇ, ਕਈ ਬਿਲਕੁਲ ਆਉਂਦੇ ਨੇ ਜੀ।
ਬਾਬਾ ਜੀ ਇੱਕ ਲੜਕਾ ਹੈਗਾ, ਸਾਡੀ ਇੱਛਾ ਸਾਡੇ ਜੋੜੀ ਹੋਵੇ। ਮੈਂ ਜੀ ਮੈਂ ਤਾਂ ਪਾੜ ਦੇਣਾ ਤੁਹਾਨੂੰ, ਮੈਂ ਕੋਈ ਗਰੰਟੀ ਨਹੀਂ ਲੈਣੀ ਤੁਹਾਡੇ ਕੁੜੀ ਹੋਏਗੀ ਮੁੰਡਾ ਹੋਏਗਾ। ਜੇ ਤਾਂ ਤੁਸੀਂ ਕੁੜੀ ਲਈ ਤਿਆਰ ਹੋ, ਇੱਛਾ ਭਾਵੇਂ ਮੁੰਡੇ ਦੀ ਰੱਖ ਕੇ ਪਾੜ ਕਰਿਓ, ਪਰ ਜੇ ਤੁਸੀਂ ਕੁੜੀ ਦੂਜੇ ਬੱਚੇ ਲਈ ਤਿਆਰ ਹੋ ਤਾਂ ਫਿਰ ਮੈਂ ਪਾੜ ਦੇ ਦੇਣਾ, ਨਹੀਂ ਤਾਂ ਆਪਣਾ ਮੌਜ ਕਰੋ। ਕਿਉਂਕਿ ਮੈਂ ਮੁੰਡੇ ਲਈ ਅਰਦਾਸ ਹੀ ਨਹੀਂ ਕਰਦਾ, ਮੈਂ ਤਾਂ ਅਰਦਾਸ ਉਹਨਾਂ ਲਈ ਕਰਦਾ ਜਿਨ੍ਹਾਂ ਦੇ ਘਰ ਕੋਈ ਬੱਚਾ ਨਹੀਂ, ਜਾਂ ਜਿਹੜੇ 2 ਬੱਚੇ ਚਾਹੁੰਦੇ ਨੇ, ਭਾਈ ਦੂਜਾ ਬੱਚਾ ਹੋਵੇ। ਇਹ ਨਹੀਂ ਕਿ ਲੜਕਾ ਹੋਵੇ ਜਾਂ ਕੁਛ ਹੋਵੇ, ਕਿਉਂਕਿ ਹੋਣਾ ਤਾਂ ਉਹ ਜੋ ਪਰਮਾਤਮਾ ਨੇ ਦੇਣਾ ਹੈ। ਬੇਨਤੀ ਕਰਨਾ ਸਾਡਾ ਫਰਜ਼ ਹੈ। ਸੋ ਗੁਰੂ ਮਹਾਰਾਜ ਕਹਿੰਦੇ ਤ੍ਰਿਸ਼ਨਾ ਅਗਨ ਜਲੈ ਸੰਸਾਰ, ਇਹ ਸਾਰਾ ਸੰਸਾਰ ਤ੍ਰਿਸ਼ਨਾਵਾਂ ਦੀ ਅੱਗ ਵਿੱਚ ਸੜ ਰਿਹਾ ਹੈ। ਲੋਭ ਅਮਾਨ ਬਹੁਤ ਅਹੰਕਾਰ, ਇਹਦੇ ਅੰਦਰ ਬੜਾ ਲੋਭ ਹੈ, ਬੜਾ ਅਭਿਮਾਨ ਹੈ, ਬਹੁਤ ਅਹੰਕਾਰ, ਬਹੁਤ ਅਹੰਕਾਰ ਹੈ। ਮਰ ਮਰ ਜਨਮੇ ਪਤ ਗਵਾਏ ਆਪਣੀ, ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ, ਨਾਲੇ ਆਪਣੀ ਇੱਜ਼ਤ ਵੀ ਗਵਾ ਲੈਂਦਾ ਹੈ। ਜੇ ਥੋੜ੍ਹੀ ਬਹੁਤੀ ਇੱਜ਼ਤ ਹੈ ਗਵਾ ਲੈਂਦਾ ਹੈ, ਕਿਉਂ ਨਾਮ ਜਪਦਾ ਨਹੀਂ, ਫਿਰ ਇੱਜ਼ਤ ਰਹਿੰਦੀ ਨਹੀਂ। ਬਿਰਥਾ ਜਨਮ ਗਵਾਉਣੇ, ਇਸ ਲਈ ਵਿਅਰਥ ਹੀ ਇਹ ਮਨੁੱਖਾ ਜੀਵਨ ਗਵਾ ਕੇ ਚਲਿਆ ਜਾਂਦਾ ਹੈ। ਕਿਉਂ ਤ੍ਰਿਸ਼ਨਾਵਾਂ ਦੀ ਖਾਤਰ ਵਾਰੀ ਵਾਰੀ ਜੰਮਦਾ ਅਤੇ ਫਿਰ ਮਰਦਾ, ਜੰਮਦਾ ਮਰਦਾ। ਅਸੀਂ ਮੁਕਤ ਕਦੋਂ ਹੁੰਦੇ ਹਾਂ? ਜੋ ਸਾਡੇ ਅੰਦਰ ਕੋਈ ਤ੍ਰਿਸ਼ਨਾ ਨਾ ਰਹੇ। ਉਹਨੂੰ ਬੁੱਧ ਮਤ ਵਿੱਚ ਅਤੇ ਜੈਨ ਮਤ ਨਿਰਵਾਣ ਪਦਵੀ ਕਹਿੰਦੇ ਨੇ। ਨਿਰਵਾਣ ਪਦਵੀ ਉਸਨੂੰ ਕਹਿੰਦੇ ਜਦੋਂ ਮਨੁੱਖ ਦੇ ਅੰਦਰ ਕੋਈ ਇੱਛਾ ਨਾ ਰਹੇ, ਫਿਰ ਦੁਬਾਰਾ ਜਨਮ ਹੀ ਨਹੀਂ ਹੋ ਸਕਦਾ। ਦੁਬਾਰਾ ਜਨਮ ਦਾ ਕਾਰਨ ਹੀ ਇੱਛਾ ਹੈ। ਮੰਨ ਲਓ ਤੁਸੀਂ ਸਾਰੀ ਉਮਰ ਭਜਨ ਬੰਦਗੀ ਕਰਦੇ ਰਹੇ, ਮਰਨ ਵੇਲੇ ਅਚਾਨਕ ਤੁਹਾਨੂੰ ਕੋਈ ਸੰਸਾਰ ਦੀ ਚੀਜ਼ ਯਾਦ ਆ ਗਈ ਹੈ, ਇੱਕ ਜਨਮ ਤੁਹਾਨੂੰ ਉਸ ਸੰਸਾਰਕ ਚੀਜ਼ ਦੀ ਪ੍ਰਾਪਤੀ ਲਈ ਦੁਬਾਰਾ ਲੈਣਾ ਪਵੇਗਾ। ਉਹ ਪ੍ਰਾਪਤੀ ਕਰਕੇ ਭਾਵੇਂ ਮੁੜ ਕੇ ਫਿਰ ਜਿਹੜਾ ਹੈ ਤੁਸੀਂ ਇਹ ਨਾਮ ਵਾਲੇ ਪਾਸੇ ਲੱਗ ਜਾਓ। ਇਹ ਇੱਛਾ ਹੀ ਦੁਬਾਰਾ ਜਨਮ ਦਾ ਕਾਰਨ ਹੈ। ਬ੍ਰਹਮ ਗਿਆਨ ਜਦੋਂ ਹੋ ਜਾਂਦਾ ਹੈ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਜਦੋਂ ਪਰਮਾਤਮਾ ਦੀ ਪ੍ਰਾਪਤੀ ਸਾਰੀ ਇੱਛਾ ਹੀ ਪੂਰੀ ਦੀ, ਇੱਛਾ ਹੀ ਕੋਈ ਨਹੀਂ ਰਹਿੰਦੀ, ਇਸ ਲਈ ਦੁਬਾਰਾ ਜਨਮ ਨਹੀਂ ਹੁੰਦਾ। ਬ੍ਰਹਮ ਗਿਆਨੀ ਦਾ ਇਸ ਲਈ ਦੁਬਾਰਾ ਜਨਮ ਨਹੀਂ ਹੁੰਦਾ ਕਿ ਉਹਦੇ 'ਤੇ ਇੱਛਾ ਹੀ ਕੋਈ ਨਹੀਂ ਰਹਿੰਦੀ, ਉਹਦੀ ਇੱਛਾ ਸਾਰੀਆਂ ਪੂਰੀਆਂ ਹੋ ਗਈਆਂ, ਉਹਦੀ ਇੱਛਾ ਹੀ ਪੂਰੀ ਹੋ ਜਾਂਦੀ। ਇੱਛਾ ਕਾਰਨ ਹੀ ਦੁਬਾਰਾ ਜਨਮ ਲੈਣਾ ਪੈਂਦਾ ਹੈ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਕੋਈ ਵਿਰਲਾ ਟਾਵਾਂ ਹੈ ਜਿਹਨੂੰ ਗੁਰੂ ਦੇ ਸ਼ਬਦ ਭਾਵ ਹੁਕਮ, ਇਹ ਤਾਂ ਸ਼ਬਦ ਭਾਵ ਹੈ ਹੁਕਮ, ਜਾਂ ਗੁਰੂ ਨੇ ਜਿਹੜਾ ਸਾਨੂੰ ਗੁਰਨਾਮ ਦਿੱਤਾ, ਗੁਰੂ ਦੇ ਦਿੱਤੇ ਨਾਮ ਨੂੰ ਕੋਈ ਵਿਰਲਾ ਟਾਵਾਂ ਹੀ ਸਮਝਦਾ ਹੈ। ਹਰ ਇੱਕ ਨਹੀਂ ਇਹਨੂੰ ਜਪਦਾ। ਬਹੁਤ ਸਾਰੇ ਲੋਕ ਨਾਮ ਲੈ ਲੈਂਦੇ ਫਿਰ ਜਪਦੇ ਨਹੀਂ ਹੈਗੇ। ਕੋਈ ਵਿਰਲਾ ਟਾਵਾਂ ਜਿਹਨੂੰ ਸੋਝੀ ਆਉਂਦੀ ਗੁਰੂ ਦੇ ਸ਼ਬਦ ਦੀ, ਵੀ ਗੁਰੂ ਮਹਾਰਾਜ ਕਹਿਣਾ ਕੀ ਚਾਹੁੰਦੇ ਨੇ। ਗੁਰੂ ਦੇ ਉਪਦੇਸ਼ ਦੀ, ਗੁਰੂ ਦੇ ਨਾਂ ਦੀ ਕਿਸੇ ਵਿਰਲੇ ਟਾਵੇਂ ਨੂੰ ਸੋਝੀ ਆਉਂਦੀ ਹੈ। ਫਿਰ ਜਿਹਨੂੰ ਸੋਝੀ ਕੀ ਕਹਿੰਦਾ, ਆਪ ਮਾਰੇ ਤਾਂ ਤ੍ਰਿਭਵਨ ਸੁਝੇ। ਜਦੋਂ ਮਨੁੱਖ ਆਪਣੇ ਆਪ ਨੂੰ ਮਾਰ ਲੈਂਦਾ, ਭਾਵ ਆਪਣੇ ਅੰਦਰ ਹਉਮੈ ਖਤਮ ਕਰ ਲੈਂਦਾ। ਆਪਣੇ ਅੰਦਰ ਹਉਮੈ ਖਤਮ ਕਰਨਾ ਹੁੰਦਾ, ਜਿਉਂਦੇ ਜੀ ਮਰਨਾ। ਆਪ ਹੰਕਾਰ ਨੂੰ ਕਹਿੰਦੇ, ਆਪ ਮਾਰੇ। ਜਦੋਂ ਮਨੁੱਖ ਆਪਣੇ ਅੰਦਰ ਹੰਕਾਰ ਨੂੰ ਮਾਰ ਲੈਂਦਾ ਤਾਂ ਤ੍ਰਿਭਵਨ ਸੁਝੇ। ਹੁਣ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ। ਹੁਣ ਤਿੰਨਾਂ ਭਵਨਾਂ ਦੀ ਅਤੇ ਤਿੰਨਾਂ ਸਮਿਆਂ ਦੀ ਸੋਝੀ ਹੁੰਦੀ। ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ ਕੀ ਹੋ ਰਿਹਾ ਹੈ, ਇਹ ਵੀ ਸੋਝੀ ਹੁੰਦੀ। ਪਾਸਟ, ਪ੍ਰੈਜ਼ੈਂਟ ਅਤੇ ਫਿਊਚਰ ਦੀ ਸੋਝੀ ਹੁੰਦੀ। ਉਹ ਤ੍ਰਿਕਾਲਦਰਸ਼ੀ ਹੁੰਦਾ, ਤਿੰਨਾਂ ਭਵਨ ਦੀ ਉਹਨੂੰ ਸੋਝੀ ਹੋ ਜਾਂਦੀ ਹੈ।
फिर वो मरे ना मरना होए, फिर दोबारा मरदा नहीं है, ਉਹਦੀ मौत ਹੁੰਦੀ नहीं, वो अमर हो जाता। सहजे सच समाए, फिर सहजे ही परमात्मा ਦੇ ਵਿੱਚ ਲੀਨ ਹੋ ਜਾਂਦਾ। ਉਹਨੂੰ ਫਿਰ ਦੁਬਾਰਾ ਜਨਮ ਲੈਣ ਦੀ ਲੋੜ, ਦੁਬਾਰਾ ਮਰਨ ਦੀ ਲੋੜ ਨਹੀਂ। ਬਸ ਫਿਰ ਜਦੋਂ ਉਹਨੂੰ ਉਹ ਆਪਣੇ ਅੰਦਰ ਹਉਮੈ ਖਤਮ ਕਰ ਲੈਂਦਾ, ਉਹਨੂੰ ਤਿੰਨਾਂ ਭਵਨ ਦੀ ਸੋਝੀ ਹੋ ਜਾਂਦੀ ਹੈ। ਫਿਰ ਮੁੜ ਕੇ ਨਾ ਜਨਮ ਲਵੇ ਅਤੇ ਨਾ ਉਹ ਮਰੇ, ਅਤੇ ਉਹ ਫਿਰ ਸੱਚ ਦੇ ਵਿੱਚ ਸਮਾ ਜਾਂਦਾ, ਲੀਨ ਹੋ ਜਾਂਦਾ। ਮਾਇਆ ਮੈਂ ਫਿਰ ਚਿੱਤ ਨਾ ਲਾਏ, ਗੁਰ ਕੈ ਸ਼ਬਦ ਸਦ ਰਹਿ ਸਮਾਏ। ਸੱਚ ਸਲਾਹੇ ਸਭ ਕਟ ਅੰਤਰ, ਸੱਚੋ ਸੱਚ ਸੁਹਾਵਣਿਆ। ਮਾਇਆ ਮੈਂ ਫਿਰ ਚਿੱਤ ਨਾ ਲਾਏ, ਜਦੋਂ ਸਾਡਾ ਮਨ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਏ, ਫਿਰ ਮਨੁੱਖ ਮਾਇਆ 'ਚ ਆਪਣਾ ਚਿੱਤ ਹੀ ਨਹੀਂ ਲਾਉਂਦਾ, ਕਿ ਉਹਦਾ ਸਾਰਾ ਚਿੱਤ ਦੇ ਨਾਮ 'ਚ ਲੱਗਾ ਹੁੰਦਾ। ਫਿਰ ਮਾਇਆ 'ਚ ਚਿੱਤ ਨਹੀਂ ਲਾਉਂਦਾ, ਮਾਇਆ ਬਾਰੇ ਨਹੀਂ ਸੋਚਦਾ ਰਹਿੰਦਾ। ਕੀ ਕਰਦਾ ਉਹ? ਗੁਰ ਕੈ ਸ਼ਬਦ ਸਦ ਰਹਿ ਸਮਾਏ। ਉਹ ਗੁਰੂ ਦੇ ਸ਼ਬਦ ਰਾਹੀਂ ਸਦਾ ਹੀ ਪਰਮਾਤਮਾ 'ਚ ਲੀਨ ਰਹਿੰਦਾ ਹੈ। ਇਹ ਗੁਰਮੰਤਰ ਰਾਹੀਂ ਉਹ ਸਦਾ ਪਰਮਾਤਮਾ ਲੀਨ ਰਹਿੰਦਾ ਹੈ। ਸੱਚ ਸਲਾਹੇ ਸਭ ਕਟ ਅੰਤਰ। ਉਹ ਪਰਮਾਤਮਾ ਜੋ ਸਾਰੇ ਦੇ ਅੰਦਰ ਹੈ, ਉਸ ਦੀ ਸਿਫਤ ਸਲਾਹ ਕਰਦਾ, ਉਹਦੀ ਸਿਫਤ ਸਲਾਹ ਕਰਦਾ ਕਿ ਸੱਚੋ ਸੱਚ ਸੁਹਾਵਣੇ। ਫਿਰ ਇਸ ਨਾਮ ਦੇ ਨਾਲ ਉਹਦਾ ਜੀਵਨ ਸੁਹਾਵਣਾ ਹੋ ਜਾਂਦਾ। ਉਹਦਾ ਨਾਮ ਜੀਵਨ ਦਾ ਨਾਮ ਜਪ ਜਪ ਕੇ ਸੁਹਾਵਣਾ ਭਾਵ ਸੋਹਣਾ ਹੋ ਜਾਂਦਾ, ਕਿਉਂਕਿ ਫਿਰ ਨਾਮ ਹੀ ਜਪਦਾ ਰਹਿੰਦਾ ਹੈ। ਸੱਚ ਸਲਾਹੀ ਸਦਾ ਹਜ਼ੂਰੇ, ਗੁਰ ਕੈ ਸ਼ਬਦ ਰਿਹਾ ਭਰਪੂਰੇ। ਗੁਰ ਪ੍ਰਸਾਦੀ ਸਚ ਨਦਰੀ ਆਵੇ, ਸੱਚੇ ਹੀ ਸੁਖ ਪਾਵਣੇ। ਸੱਚ ਸਲਾਹੀ ਸਦਾ ਹਜ਼ੂਰੇ, ਜਿਹੜਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਨਾ ਉਹਦੀ ਸਿਫਤ ਸਲਾਹ ਕਰਦਾ। ਫਿਰ ਕੀ ਕਹਿੰਦਾ? ਪਹਿਲਾਂ ਹਾਜ਼ਰ ਨਾਜ਼ਰ ਨਹੀਂ ਦਿਸਦਾ, ਉਹਨੂੰ ਸਮਝਣਾ ਹਾਜ਼ਰ ਨਾਜ਼ਰ ਮੇਰੇ ਸਾਹਮਣੇ ਹੋ, ਉਹਨੂੰ ਸਮਝਣਾ ਮੇਰੇ ਸਾਹਮਣੇ ਮੈਂ ਉਹਨੂੰ ਬਾਣੀ ਸੁਣਾ ਰਿਹਾ, ਮੈਂ ਉਹਨੂੰ ਨਾਮ ਸੁਣਾ ਰਿਹਾ। ਹਾਜ਼ਰ ਨਾਜ਼ਰ ਸਮਝਣਾ। ਜਦੋਂ ਬੰਦਾ ਪਰਮਾਤਮਾ ਨੂੰ ਅਤੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝੇਗਾ, ਇਹ ਤਾਂ ਗਲਤ ਸੋਚ ਹੀ ਨਹੀਂ ਸਕਦਾ, ਇਹ ਤਾਂ ਗਲਤ ਕਰ ਹੀ ਨਹੀਂ ਸਕਦਾ। ਕਿਉਂ? ਗੁਰੂ ਅਤੇ ਪਰਮਾਤਮਾ ਅੰਤਰਜਾਮੀ ਨੇ, ਅੰਤਰਜਾਮੀ। ਉਹਨਾਂ ਨੂੰ ਪਤਾ ਹੈ ਇਹ ਕੀ ਸੋਚ ਰਿਹਾ। ਜੇ ਕਈ ਸਾਲਾਂ ਦੀ ਗੱਲ ਹੈ, ਮੈਂ ਬੱਸ 'ਚ ਬੈਠਾ, ਜਲੰਧਰ ਅੰਮ੍ਰਿਤਸਰ ਜਾ ਰਿਹਾ, ਜਲੰਧਰ ਮੈਂ ਅਖਬਾਰ ਲੈ ਲਈ, ਪੜ੍ਹ ਰਿਹਾ। ਉਹ 'ਚ ਆ ਗਿਆ, ਮੈਂ ਸਵਾਮੀ ਕਿਵੇਂ ਬਣਿਆ। ਆਰਟੀਕਲ ਸੀ, ਮੈਂ ਸਵਾਮੀ ਕਿਵੇਂ ਬਣਿਆ। ਧਾਰਮਿਕ ਹੋਣ ਕਰਕੇ ਮੈਂ ਆਖਿਆ ਵੀ ਇਹਨੂੰ ਪੜ੍ਹ ਕੇ ਦੇਖੀ ਕਿਵੇਂ ਗੁਰੂ ਬਣਿਆ ਹੈ। ਕਈ ਇਲਾਕਿਆਂ 'ਚ ਗੁਰੂ ਨੂੰ ਸਵਾਮੀ ਜੀ ਕਹਿੰਦੇ। ਕਹਿੰਦਾ ਮੈਂ ਛੋਟੀ ਉਮਰ ਦੇ ਸੀ, ਮੇਰੇ ਮਾਂ ਪਿਓ ਮੈਨੂੰ ਮਹਾਂਪੁਰਖਾਂ ਦੇ ਡੇਰੇ 'ਤੇ ਛੱਡਿਆ, ਉੱਥੇ ਰਹਿ ਕੇ ਮੈਂ ਸਾਰੀ ਵਿੱਦਿਆ ਹਾਸਲ ਕਰਦਾ ਰਿਹਾ। ਇੱਕ ਵਾਰੀ ਮਹਾਂਪੁਰਖਾਂ ਨੂੰ ਸ਼ਹਿਰ 'ਚ ਕੰਮ ਸੀ, ਉਹ ਸਾਨੂੰ 4-5 ਚੇਲਿਆਂ ਨੂੰ ਨਾਲ ਲੈ ਕੇ ਸ਼ਹਿਰ 'ਚ ਆ ਰਹੇ ਨੇ। ਮੈਂ ਵੀ ਉਹਨਾਂ ਦੇ ਵਿੱਚ। ਮਹਾਂਪੁਰਖ ਅੱਗੇ ਅੱਗੇ ਤੁਰੀ ਜਾ ਰਹੇ ਨੇ, ਸਵਾਮੀ ਸਾਡੇ ਅੱਗੇ ਅੱਗੇ ਤੁਰੇ, ਅਸੀਂ ਪਿੱਛੇ ਪਿੱਛੇ ਤੁਰੇ ਜਾ ਰਹੇ। ਰਾਹ 'ਚ ਕੰਜਰੀਆਂ ਦਾ ਇਲਾਕਾ ਆ ਗਿਆ ਹੈ। ਮੈਂ ਉਹ ਕੰਜਰੀਆਂ ਦੇ ਚੁਬਾਰਿਆਂ ਵੱਲ ਵੇਖਣ ਲੱਗਾ, ਤੁਰਦਾ ਤੁਰਦਾ। ਮਹਾਂਪੁਰਖ ਇੱਕਦਮ ਪਿੱਛੇ ਮੁੜੇ, ਮੇਰੇ ਥੱਪੜ ਮਾਰਿਆ ਭਰੇ ਬਾਜ਼ਾਰ 'ਚ। ਕਹਿੰਦਾ ਓਏ ਕੀ ਸੋਚ ਰਹੇ, ਠੀਕ ਸੋਚ। ਕਹਿੰਦਾ ਮੈਂ ਡਰ ਗਿਆ ਵੀ ਸਵਾਮੀ ਜੀ ਨੂੰ ਤਾਂ ਪਤਾ ਹੈ। ਕਹਿੰਦਾ ਉਸ ਤੋਂ ਬਾਅਦ ਮੈਂ ਜਿੰਨਾ ਸਮਾਂ ਜਿਵੇਂ, ਚਾਹੇ ਮੈਂ ਦਰਵਾਜ਼ੇ ਨੂੰ ਅੰਦਰ ਕੁੰਡਾ ਲਾ ਕੇ ਰਾਤ ਨੂੰ ਸੌਂਦਾ ਸੀ, ਤਾਂ ਵੀ ਮੈਨੂੰ ਇਸ ਵੀ ਸਵਾਮੀ ਜੀ ਮੈਨੂੰ ਵੇਖ ਰਹੇ ਨੇ। ਇਸ ਲਈ ਫਿਰ ਮੁੜ ਕੇ ਕੋਈ ਮਾੜਾ ਕੰਮ ਕੀਤਾ ਹੀ ਨਾ, ਅਤੇ ਨਾਮ ਜਪਦਾ ਰਿਹਾ, ਅਤੇ ਇੱਕ ਦਿਨ ਮੈਂ ਆਪ ਸਵਾਮੀ ਹੋ ਗਿਆ। ਸੋ ਇਸ ਲਈ
ਐਡੀ ਉੱਚੀ ਪਦਵੀ 'ਤੇ ਪਹੁੰਚਣ ਲਈ ਜ਼ਰੂਰੀ ਹੈ ਕਿ ਸਿੱਖ ਗੁਰੂ ਨੂੰ ਹਾਜ਼ਰ ਨਾਜ਼ਰ ਸਮਝੇ। ਜਦੋਂ ਹਾਜ਼ਰ ਨਾਜ਼ਰ ਸਮਝੇਗਾ, ਅਸੀਂ ਕਿਸੇ ਦੇ ਸਾਹਮਣੇ ਗਲਤ ਕੰਮ ਨਹੀਂ ਕਰ ਸਕਦੇ। ਜੇ ਸਾਨੂੰ ਕੋਈ ਵੇਖ ਰਿਹਾ ਹੋਵੇ ਨਾ, ਅਸੀਂ ਚੋਰੀ ਨਹੀਂ ਕਰਦੇ। ਜੇ ਸਾਨੂੰ ਕੋਈ ਵੇਖ ਰਿਹਾ, ਅਸੀਂ ਦੁੱਧ 'ਚ ਪਾਣੀ ਨਹੀਂ ਪਾਵੇਂ, ਮਿਲਾਵਟ ਨਹੀਂ ਕਰਾਂ, ਵੇਖ ਰਿਹਾ ਅਗਲਾ। ਸੋ ਗੁਰੂ ਮਹਾਰਾਜ ਕਹਿੰਦੇ, ਸੱਚ ਸਲਾਹੀ ਸਦਾ ਹਜ਼ੂਰੇ। ਹਾਜ਼ਰ ਨਾਜ਼ਰ ਸਮਝ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ। ਗੁਰ ਕੈ ਸ਼ਬਦ ਰਿਹਾ ਭਰਪੂਰ। ਫਿਰ ਇਹ ਗੁਰੂ ਦੇ ਸ਼ਬਦ ਰਾਹੀਂ, ਭਾਵ ਨਾਮ ਰਾਹੀਂ, ਫਿਰ ਇਨਸਾਨ ਨੂੰ ਪਤਾ ਲੱਗਦਾ ਪਰਮਾਤਮਾ ਸਭ ਦੇ ਵਿੱਚ ਵਸਦਾ ਹੈ, ਭਰਪੂਰ ਹੈ, ਪਰਿਪੂਰਨ ਵਸਦਾ ਹੈ। ਕਿਉਂ ਤੇ ਸਭ ਦੇ ਵਿੱਚ ਵਸਦਾ ਹੈ। ਪਹਿਲਾਂ ਸਪੋਜ਼ ਕਰਨਾ ਕਿ ਉਹ ਸਭ ਦੇ ਵਿੱਚ ਵਸਦਾ ਹੈ, ਕਿਉਂ ਗੁਰਬਾਣੀ ਕਹਿੰਦੇ ਸਭ ਦੇ ਵਿੱਚ ਵਸਦਾ ਹੈ। ਫਿਰ ਜਦੋਂ ਸਾਡੇ 'ਤੇ ਕਿਰਪਾ ਹੋਵੇਗੀ, ਸਾਡੀ ਦਿਵ ਦ੍ਰਿਸ਼ਟੀ ਖੁੱਲ੍ਹੇਗੀ, ਫਿਰ ਸਾਨੂੰ ਪਤਾ ਲੱਗੇ ਵਾਕਈ ਪਰਮਾਤਮਾ ਦੇ ਸਭ ਦੇ ਵਿੱਚ ਵਸਦਾ ਹੈ। ਜੋ ਜੜ ਵਸਤੂ ਹਨ ਉਹਨਾਂ 'ਚ ਵੀ, ਅਤੇ ਜੋ ਜਿੰਦ ਵਾਲੀਆਂ ਵਸਤੂ ਨੇ ਉਹਨਾਂ 'ਚ ਵੀ। ਗੁਰ ਪ੍ਰਸਾਦੀ ਸੱਚ ਨਜ਼ਰੀ ਆਵੇ। ਫਿਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਇਨ ਅੱਖਾਂ ਨਾਲ ਦਿਸਦਾ ਹੈ। ਨਜ਼ਰੀ ਆਵੇ, ਨਜ਼ਰੀਆਂ ਨਜ਼ਰਾਂ 'ਚ ਆ ਜਾਣਾ। ਫਿਰ ਗੁਰੂ ਦੀ ਕਿਰਪਾ ਨਾਲ ਸੱਚ ਪਾ ਪਰਮਾਤਮਾ ਫਿਰ ਦਿਸਦਾ ਹੈ। ਸੱਚੇ ਹੀ ਸੁਖ ਪਾਵਨ। ਫਿਰ ਇਹ ਮਨੁੱਖ ਉਸ ਸੱਚੇ ਪਰਮਾਤਮਾ ਦੇ ਰਾਹੀਂ ਸੁੱਖ ਦੀ ਪ੍ਰਾਪਤੀ ਕਰਦਾ ਹੈ। ਇਹਨੂੰ ਸਦੀਵੀ ਸੁੱਖ ਪ੍ਰਾਪਤ ਹੋ ਜਾਂਦਾ ਹੈ। ਸੋ ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।